ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਭਗਵੰਤ ਮਾਨ ਸਾਹਿਬ ਮੌਜੂਦਾ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੋਨਾਂ ਖਿਲਾਫ ਦੋਸ਼ ਪ੍ਰਤੀਦੋਸ਼ ਦੀ ਜਿਹੜੀ ਲੜਾਈ ਚੱਲ ਰਹੀ ਸੀ, ਸ਼ਬਦੀ ਜੰਗ ਚੱਲ ਰਹੀ ਸੀ, ਅੱਜ ਇੱਕ ਨਵੇਂ ਦੌਰ ਦੇ ਵਿੱਚ ਉਹ ਸ਼ਾਮਲ ਹੋ ਗਈ। ਉਸ ਵੇਲੇ ਜਦੋਂ ਆਪਣਾ ਵਾਅਦਾ ਪੁਗਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਭਵਨ ਔਰ 2:10 ਤੇ ਉਹਨਾਂ ਨੇ ਜਿਹੜੇ ਨਾਲ ਆਪਣੇ ਸਬੂਤ ਵਜੋਂ ਉਹ ਖਿਡਾਰੀ ਵੀ ਪੇਸ਼ ਕਰਤਾ ਮੀਡੀਆ ਦੇ ਸਾਹਮਣੇ, ਜਿਸ ਨੂੰ ਲੈ ਕੇ ਇਹ ਲੜਾਈ ਸ਼ੁਰੂ ਹੋਈ ਸੀ। ਜਦੋਂ ਉਹਨਾਂ ਨੇ ਕਿਹਾ ਸੀ ਕਿ ਧਰਮਸ਼ਾਲਾ ਮੈਨੂੰ ਇੱਕ ਪਲੇਅਰ ਨੇ ਕਿਹਾ, ਜਿਹੜਾ IPL ਦਾ ਪਲੇਅਰ ਹੈ, ਉਸਨੇ ਮੈਨੂੰ ਕਿਹਾ ਕਿ ਮੈਥੋਂ 2 ਕਰੋੜ ਦੀ ਮੰਗ ਕੀਤੀ ਗਈ ਸੀ ਨੌਕਰੀ ਬਦਲੇ। ਮਾਨ ਸਾਹਿਬ ਨੇ ਜੋ ਸਬੂਤ ਪੇਸ਼ ਕੀਤੇ, ਉਹਨਾਂ ਤੋਂ ਲੱਗਦਾ ਹੈ ਕਿ ਕਾਫੀ ਹੱਦ ਤੱਕ ਪਲੇਅਰ ਨਾਲ ਤਾਂ ਧੱਕਾ ਹੋਇਆ ਹੈ। ਪੈਸੇ ਕਿੰਨੇ ਮੰਗੇ ਨੇ, ਕਿਵੇਂ ਮੰਗੇ ਨੇ, ਇਹ ਤੇ ਵੀ ਗੱਲ ਹੋ ਸਕਦੀ ਹੈ। ਲੇਕਿਨ ਜਸਵਿੰਦਰ ਸਿੰਘ ਨਾਂ ਦਾ ਇਹ ਸਪਿਨ ਬਾਲਰ ਜਿਹੜੀ ਘੁਮਾ ਕੇ ਗੇਂਦਬਾਜ਼ੀ ਕਰਦੇ ਨੇ, ਉਹਦਾ ਜਦੋਂ ਰਿਕਾਰਡ ਦੇਖਦੇ ਹੋ, ਰਣਜੀ ਵੀ ਖੇਡਿਆ ਹੋਇਆ ਹੈ। ਜੇ ਕਿਸੇ ਇੰਟਰਨੈਸ਼ਨਲ ਟੈਸਟ ਤੋਂ ਪਹਿਲਾਂ ਰਣਜੀ ਜੇ ਖੇਡਣਾ ਹੈ ਤਾਂ ਮਤਲਬ ਕਿ ਉਹ ਇਸ ਲੈਵਲ ਦਾ ਬੰਦਾ ਹੈ ਕਿ ਉਹ ਕਦੇ ਵੀ ਇੰਡੀਆ ਦੀ ਟੀਮ 'ਚ ਆ ਸਕਦਾ ਹੁੰਦਾ ਹੈ, ਇਹ ਮੰਨਿਆ ਜਾਂਦਾ ਹੈ। ਰਣਜੀ ਤੋਂ ਪਹਿਲਾਂ ਦੇ ਸਾਰੇ ਜਿਹੜੇ ਟੂਰਨਾਮੈਂਟ ਉਹਨੇ ਖੇਡੇ ਹੋਏ ਸੀ, ਪੰਜਾਬ ਨੂੰ ਨੇ ਰਿਪਰੈਜ਼ੈਂਟ ਕੀਤਾ ਹੋਇਆ, ਜਿਹੜੇ ਸਬੂਤ ਮਾਨ ਸਾਹਿਬ ਨੇ ਦਿਖਾਏ। ਤੇ ਪਲੇਅਰ IPL ਦੇ ਵਿੱਚ ਵੀ ਸੀ। ਬਾਲਰ ਹੈ ਜਸਵਿੰਦਰ ਸਿੰਘ ਬੈਦਵਾਨ। ਕਮਾਲ ਇਹ ਹੈ ਕਿ ਉਹ ਹਲਕਾ ਵੀ ਉਹਦਾ ਉਹੀ ਪੈਂਦਾ ਹੈ ਜਿਹੜਾ ਬਲਵੀਰ ਸਿੰਘ ਸਿੱਧੂ ਦਾ ਹੈ, ਜਾਂ ਸਮਝੋ ਵੀ ਚਮਕੌਰ ਸਾਹਿਬ ਦੇ ਨੇੜੇ ਚੰਨੀ ਸਾਹਿਬ ਦੇ ਹਲਕੇ ਦੇ ਨਾਲ ਹੀ। ਹੁਣ ਹੋਇਆ ਕੀ, ਜਿਹੜੀ ਦੱਸੀ ਗਈ ਕਹਾਣੀ, ਜਿਹੜੇ ਸਬੂਤ ਪੇਸ਼ ਕੀਤੇ ਗਏ, ਜਸਵਿੰਦਰ ਸਿੰਘ ਤੇ ਉਸਦੇ ਜਸਵਿੰਦਰ ਸਿੰਘ ਤੇ ਉਸਦੇ ਪਿਤਾ ਜੀ ਨੂੰ ਇੱਕ ਪਾਸੇ ਪਲੇਅਰ ਬੈਠਾ ਸੀ, ਦੂਜੇ ਪਾਸੇ ਮਾਨ ਸਾਹਿਬ ਦੇ ਉਹਦੇ ਪਿਤਾ ਬੈਠੇ ਸੀ। ਦੋਨਾਂ ਨੇ ਜਿਹੜੀ ਕਹਾਣੀ ਦੱਸੀ ਉਹ ਸੱਚ ਹੈ। ਉਹਦੇ ਸਬੂਤ ਦਿਖਾਏ ਗਏ ਕਿ ਪਲੇਅਰ ਨੇ ਪੇਪਰ ਦਿੱਤਾ PPSC ਦਾ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ, ਉਹਦੇ ਚੋਂ 198 ਨੰਬਰ ਲੈ ਲਏ। ਜਿਹੜਾ 3% ਸਪੋਰਟਸ ਦਾ ਕੋਟਾ ਹੈ, ਉਹਦੇ ਚੋਂ ਉਹ ਟੌਪ ਕਰਦਾ ਜੇ ਉਹਨੂੰ ਸਪੋਰਟਸ ਰੱਖਦੇ। ਉਹਨੂੰ ਸਪੋਰਟਸ ਰੱਖਿਆ ਨਹੀਂ ਗਿਆ, ਇਸ ਕਰਕੇ ਉਹ ਨਹੀਂ ਆਇਆ। ਉਹ ਆਪਣੇ ਸਬੂਤ ਲੈ ਕੇ ਕੈਪਟਨ ਸਾਹਿਬ ਕੋਲ ਗਿਆ, ਆ ਦੇਖੋ ਮੈਂ IPL ਖੇਡੀ ਹੈ, ਮੈਂ ਰਣਜੀ ਖੇਡੀ ਹੈ, ਮੈਂ ਪੰਜਾਬ ਖੇਡਿਆ, ਤੇ ਮੈਨੂੰ ਸਪੋਰਟਸ ਦੇ ਵਿੱਚ ਇਹ ਕੰਸੀਡਰ ਨਹੀਂ ਕਰ ਰਹੇ। ਤੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਉਹਨਾਂ ਨੂੰ ਇਹ ਕਿਹਾ ਗਿਆ ਜੀ PPSC ਜਿਹੜੀ ਹੈ ਉਹ ਕ੍ਰਿਕਟ ਨੂੰ ਸਪੋਰਟਸ ਨਹੀਂ ਮੰਨਦੀ, ਉਸ ਕੈਟਾਗਰੀ 'ਚ ਨਹੀਂ ਹੈ। ਤਾਂ ਉਹ ਕਹਿੰਦੇ ਕਿਉਂ ਨਹੀਂ ਸਪੋਰਟਸ ਕੈਟਾਗਰੀ 'ਚ, ਮੇਰੇ ਤਾਂ ਦਾਦਾ ਜੀ ਲੈ ਕੇ ਆਏ ਨੇ। ਇਹ ਗੱਲ ਕਹਿ ਕੇ ਉਹਨਾਂ ਨੇ ਸਪੋਰਟਸ ਨੂੰ ਜਿਹੜਾ ਹੈ ਗ੍ਰਹਿ ਮੰਤਰਾਲੇ ਨੂੰ ਲਿਖਿਆ, ਸਪੋਰਟਸ ਨੂੰ ਇਸ ਕੈਟਾਗਰੀ 'ਚ ਪਾ ਲਿਆ। ਇਸ ਤੋਂ ਪਹਿਲਾਂ ਕਿ ਕੋਈ ਐਕਸ਼ਨ ਹੁੰਦਾ ਤੇ ਇਹ ਕੈਪਟਨ ਸਾਹਿਬ ਚਲੇ ਗਏ, ਭੇਜ ਦਿੱਤੇ ਗਏ, ਤੇ ਚੰਨੀ ਸਾਹਿਬ ਆ ਗਏ। ਚੰਨੀ ਸਾਹਿਬ ਕੋਲ ਵੀ ਇਹੀ ਸਬੂਤ ਲੈ ਗਏ। ਉਹਨੇ ਗੱਲਾਂ ਜਿਵੇਂ ਪਹਿਲਾਂ MP ਸਿੰਘ OSD ਨੇ ਸਾਰਾ ਕੇਸ ਲਾਇਆ ਸੀ ਕੈਪਟਨ ਸਾਹਿਬ ਨੂੰ, ਇਹ ਗੱਲ ਉਸ ਨਾਲ ਨੇ ਸੁਣਾਈ IAS ਨੇ। ਸਾਰੀ ਗੱਲ ਸੁਣ ਕੇ ਚੰਨੀ ਸਾਹਿਬ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਮੇਰੇ ਭਤੀਜੇ ਨੂੰ ਮਿਲ ਲਓ। ਭਤੀਜੇ ਨੇ, ਜੋ ਮਾਨ ਸਾਹਿਬ ਦੱਸਦੇ ਨੇ, 2 ਉਂਗਲਾਂ ਖੜੀ ਕਰ ਵਿਕਟਰੀ ਦਾ ਜਿਹੜਾ ਸਾਈਨ ਹੁੰਦਾ ਆਮ ਤੌਰ ਤੇ ਇਹ ਸਮਝ ਕੇ 2 ਲੱਖ। ਤੇ ਉਹ ਕਹਿੰਦੇ ਅਸੀਂ ਜਦੋਂ ਪਹੁੰਚੇ ਉੱਥੇ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ, ਤੇ ਸਾਨੂੰ ਉਹਦਾ ਜਸ਼ਨ ਨਾਂ ਦਾ ਜਿਹੜਾ ਭਤੀਜਾ, ਉਹ ਕਹਿੰਦੇ ਚਲੋ ਗੱਡੀ 'ਚ। ਉਹ ਕਹਿੰਦੇ ਅਸੀਂ ਕਿਹਾ ਵੀ ਗੱਡੀ ਦੀ ਕੀ ਲੋੜ ਆ, ਸਾਡੀ ਤਾਂ ਜੇਬ 'ਚ ਨੇ। ਉਹ ਹੁਣ ਉੱਥੇ ਪਤਾ ਲੱਗਿਆ ਕਿ ਇਹ ਉਹ 2 ਕਰੋੜ ਸਮਝਦੇ ਰਹੇ, 2 ਲੱਖ ਸਮਝਦੇ ਰਹੇ। ਤੇ ਉਸ ਤੋਂ ਬਾਅਦ ਇਹ ਦੱਸ ਰਹੇ ਨੇ ਕਿ ਬਲਵੀਰ ਸਿੰਘ ਸਿੱਧੂ ਕੋਲੇ ਖੜਾ ਸੀ, ਓਮ ਪ੍ਰਕਾਸ਼ ਸੋਨੀ ਸੀ, ਤੇ ਉਹਦੀ ਹਾਜ਼ਰੀ 'ਚ ਸਾਨੂੰ ਜਿਹੜੀ ਸਾਡੀ ਮੁਲਾਕਾਤ ਹੋਈ ਸੀ ਉਹਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ, ਔਰ ਉਸ ਤੋਂ ਬਾਅਦ ਚੰਨੀ ਸਾਹਿਬ ਨੇ ਬਦਸਲੂਕੀ ਵੀ ਇਹਨਾਂ ਨਾਲ ਕੀਤੀ। ਇਹ ਸਾਰੀ ਗੱਲਬਾਤ ਦੇ ਸਬੂਤ ਜਿਹੜੇ ਨੇ ਮਾਨ ਸਾਹਿਬ ਨੇ ਅੱਜ ਪੇਸ਼ ਕੀਤੇ, ਤੇ ਨਾਲੇ ਇਹ ਕਿਹਾ ਅਸੀਂ ਸਪੋਰਟਸ ਕੋਟੇ 'ਚ ਇਹਨੂੰ ਨੌਕਰੀ ਦੇਵਾਂਗੇ, ਔਰ ਨਾਲੇ ਇਹ ਕਿਹਾ ਇਕੱਲੇ ਇਹਨੂੰ ਨਹੀਂ, ਜਿਹੜਾ ਵੀ ਐਲੀਜੀਬਲ ਹੋਇਆ ਉਹਨੂੰ ਵੀ ਨੌਕਰੀ ਦੇਵਾਂਗੇ। ਇਹ ਗੱਲਾਂ ਜਿਵੇਂ ਮੁੱਖ ਮੰਤਰੀ ਨੂੰ ਕਿਸੇ ਨੂੰ ਵੀ ਮੌਕਾ ਮਿਲਦਾ ਹੈ, ਉਹਨੇ ਆਪਣੇ ਸਪੋਰਟਸ ਨੂੰ ਪ੍ਰਮੋਟ ਕਰਦੀਆਂ ਸਾਰੀਆਂ ਗੱਲਾਂ ਮੁੱਖ ਮੰਤਰੀ ਪੰਜਾਬ ਨੇ ਕੀਤੀਆਂ। ਸੋ ਇੱਕ ਵਾਰ ਫਿਰ ਮੈਂ ਸਭ ਦਾ ਜੇ ਮੈਚ ਦੇਖੀਏ
ਜਦੋਂ ਪਹਿਲੀ ਵਾਰ ਮਾਨ ਸਾਹਿਬ ਨੇ ਕਿਹਾ ਉਹ ਚਲੇ ਗਏ ਗੁਰਦੁਆਰੇ ਕਤਲਗੜ੍ਹ ਸਾਹਿਬ ਚੰਨੀ ਸਾਹਿਬ, ਉੱਥੇ ਜਾ ਕੇ ਅਰਦਾਸ ਕੀਤੀ ਤੇ ਆਮ ਲੋਕਾਂ ਨੇ ਸਮਝਿਆ ਗੁਰਦੁਆਰੇ 'ਚ ਅਰਦਾਸ ਕਰ ਲਈ ਇਹ ਸੱਚੇ ਹੋਣਗੇ। ਮਾਨ ਸਾਹਿਬ ਨੇ ਸਬੂਤ ਦਿੱਤੇ ਅੱਜ, ਕਿਉਂ ਲੱਗਦਾ ਕਿ ਉਹ ਵੀ ਸੱਚੇ ਹੋਣਗੇ, ਕਿਉਂਕਿ ਮਾਨ ਸਾਹਿਬ ਨੇ ਇੱਕ ਗੱਲ ਇਸ ਤਰ੍ਹਾਂ ਦੀ ਕਹੀ, ਜਸ਼ਨ ਤੇ ਐਕਸ਼ਨ ਹੋਊਗਾ, ਚੰਨੀ ਤੇ ਐਕਸ਼ਨ ਦੀ ਗੱਲ ਨਹੀਂ ਕੀਤੀ। ਸੋ ਜੋ ਵੀ ਹੋਇਆ ਉਹ ਤੇ ਅੱਜ ਆਪਾਂ ਚਰਚਾ ਕਰਦੇ ਹਾਂ। ਚਰਚਾ ਕਰਨ ਲਈ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਨੇ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੇਵਾ ਮੁਕਤ ਨੇ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ। ਸਾਡੇ ਨਾਲ ਸ਼ਾਮਲ ਨੇ ਨਵੀਨ ਸੱਭਰਵਾਲ ਜੀ, ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਜਸਵਿੰਦਰ ਕੌਰ ਸੋਹਲ ਸਾਡੇ ਨਾਲ ਨੇ। ਸਾਂਪਲਾ ਸਾਹਿਬ, ਸਾਹਿਲ ਸਾਂਪਲਾ, ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਤੇ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਵੱਲੋਂ ਐਡਵੋਕੇਟ ਸ਼ਸ਼ੀਵੀਰ ਸ਼ਰਮਾ ਇਸ ਪ੍ਰੋਗਰਾਮ 'ਚ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਸ਼ਸ਼ੀਵੀਰ ਜੀ, ਕੀ ਜਿਹੜਾ ਮਾਨ ਸਾਹਿਬ ਜਿਹੜੇ ਅੱਜ ਸਬੂਤ ਦਿਖਾ ਰਹੇ ਨੇ ਉਹਦੇ ਨਾਲ ਚੰਨੀ ਸਾਹਿਬ ਕਿੱਥੇ ਜਿਹੜਾ ਹੈ ਗਿਲਟੀ ਉਹਨਾਂ ਨੂੰ ਕਰਾਰ ਦਿੰਦੇ ਹੋ ਤੁਸੀਂ, ਜਦੋਂ ਕਿ ਐਕਸ਼ਨ ਤਾਂ ਜਸ਼ਨ ਤੇ ਹੋਣਾ ਹੈ? ਵਾਲੀ ਸਾਹਿਬ, ਮਕਸਦ ਕਿਸੇ ਨੂੰ ਗਿਲਟੀ ਕਰਾਰ ਕਰਨ ਦਾ ਨਹੀਂ ਹੈ। ਮਕਸਦ ਇੱਕ ਬੰਦੇ ਦੀ ਹਰਾਸਮੈਂਟ ਹੋਏਗਾ, ਹਰਾਸਮੈਂਟ ਵੀ ਉਸ ਪਲੇਅਰ ਦੀ ਜਿਨੇ ਆਲਰੇਡੀ ਪੰਜਾਬ ਵੱਲੋਂ ਅੱਜ ਦੇ ਟਾਈਮ ਵੀ ਪੰਜਾਬ ਦੀ ਕ੍ਰਿਕਟ ਟੀਮ ਦਾ ਪਾਰਟ ਹੈ, ਰਣਜੀ ਟਰਾਫੀ ਖੇਡ ਰਹੇ ਨੇ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ। ਹੁਣ ਜਦੋਂ ਐਸੇ ਪਲੇਅਰ ਨੂੰ ਹਰਾਸਮੈਂਟ ਦਾ ਫੇਸ ਕਰਨੀ ਪੈਂਦੀ ਹੋਏਗੀ ਤੇ ਆਮ ਲੋਕਾਂ ਦਾ ਕੀ ਹੁੰਦਾ ਹੋਏਗਾ, ਇਹ ਦੇਖਣ ਦੀ ਗੱਲ ਹੈ। ਤੁਸੀਂ ਦੇਖੋ, ਜਦੋਂ ਇਨੀਸ਼ੀਅਲੀ ਐਗਜ਼ਾਮ ਦੇਣ ਦੀ ਗੱਲ ਆਈ, ਜਦੋਂ ਉਹਦਾ ਪੇਪਰ ਸੀਗਾ, ਉਹ ਰੋਲ ਨੰਬਰ ਜਦੋਂ ਉਹਦਾ ਤਿਆਰ ਹੋਇਆ ਉਹ ਸਪੋਰਟਸ ਕੋਟੇ ਵਜੋਂ ਤਿਆਰ ਕੀਤਾ ਗਿਆ, ਪਰ ਜਦੋਂ ਮੈਰਿਟਸ ਤਿਆਰ ਕੀਤੀ ਗਈ, ਮੈਰਿਟਸ ਵੇ ਉਹਨੂੰ ਸਪੋਰਟਸ ਕੋਟੇ ਚੋਂ ਕੱਢ ਕੇ ਬਾਹਰ ਜਨਰਲ ਕੈਟੇਗਰੀ 'ਚ ਸ਼ਿਫਟ ਕਰ ਦਿੱਤਾ ਗਿਆ। ਸੋ ਕਿਤੇ ਨਾ ਕਿਤੇ ਇਹੋ ਜਿਹੀਆਂ ਜਿਹੜੇ ਮੁਸ਼ਕਲਾਂ ਆਮ ਆਉਂਦੀਆਂ ਨੇ ਲੋਕਾਂ ਨੂੰ, ਤੇ ਇਸ ਚੀਜ਼ ਦੇ ਵਾਸਤੇ ਲੋਕ ਸੈਕਟਰੀਏਟ ਨੂੰ ਦੌੜ ਲਗਾਉਂਦੇ ਨੇ, ਮੰਤਰੀਆਂ ਤੱਕ, ਮੁੱਖ ਮੰਤਰੀ ਤੱਕ ਅਪਰੋਚ ਕਰਦੇ ਨੇ। ਇਸ ਪਰਿਵਾਰ ਨੇ ਵੀ ਉਸੇ ਤਰੀਕੇ ਕੀਤਾ ਤੇ ਆਪਦਾ ਜਿਹੜਾ ਦੁਖਾਂਤ ਤੁਸੀਂ ਆਲਰੇਡੀ ਦੱਸ ਕੇ ਹਟੇ ਹੋ ਲੋਕਾਂ ਨੂੰ, ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਵਤੀਰਾ ਕੀਤਾ ਗਿਆ। ਤੇ ਪੂਰੇ ਇਨਸੀਡੈਂਟ 'ਚੋਂ ਜਿਹੜੀ ਇੱਕ ਚੀਜ਼ ਸਭ ਤੋਂ ਜਿਹੜੀ ਗਲਤ ਸਾਹਮਣੇ ਆਈ, ਜਦੋਂ ਸੀਐਮ ਚੰਨੀ ਨੇ ਉਹਨਾਂ ਨੂੰ ਉੱਥੇ ਖਿਲਾ ਕੇ ਕਿਹਾ ਕਿ ਤੇਰੇ ਬੇਟੇ ਨੇ ਕੋਈ ਓਲੰਪਿਕਸ ਖੇਡੀ ਹੈ ਜਿਹਨੂੰ ਮੈਂ ਕੋਈ ਜੌਬ ਦੇ ਦਿਆਂ, ਜਿਸ ਤਰੀਕੇ ਨਾਲ ਸੀਐਮ ਵੱਲੋਂ ਲੋਕਾਂ ਦੇ ਨਾਲ ਵਿਵਹਾਰ ਜਾਂ ਵਤੀਰਾ, ਚੰਗੀ ਗੱਲ ਨਹੀਂ ਹੈ। ਦੂਜਾ, ਹੁਣ ਭਤੀਜਾ ਜਿਹੜੇ ਜਸ਼ਨ ਦੀ ਗੱਲ ਹੈ, ਮੈਂ ਲਾਸਟ ਡਿਬੇਟ 'ਚ ਤੁਹਾਡੇ ਕੋਲ ਗੱਲ ਕਹੀ ਸੀਗੀ ਕਿ ਭਤੀਜਾ ਭਾਂਜਾ ਇਹੋ ਜਿਹੇ ਲੋਕਾਂ ਨੂੰ ਪਾਵਰ 'ਚ ਲੈ ਕੇ ਕੌਣ ਆਉਂਦਾ ਵਾ? ਕਿਹੜਾ ਬੰਦਾ ਜਿਹੜਾ ਇਹਨਾਂ ਨੂੰ ਇੰਪਾਵਰ ਕਰਦਾ ਹੈ? ਕੌਣ ਬੰਦਾ ਇਹਨਾਂ ਨੂੰ ਬੈਕ ਕਰਦਾ ਕਿ ਤੁਸੀਂ ਉਹਨਾਂ ਦੇ ਬਿਹਾਫ ਤੇ ਐਕਟ ਕਰ ਸਕੋ, ਉਹਨਾਂ ਦੇ ਬਿਹਾਫ ਤੇ ਮਿਲ ਸਕੋ, ਉਹਨਾਂ ਦੇ ਬਿਹਾਫ ਤੇ ਫਾਈਲਾਂ ਫੜ ਸਕੋ? ਹੁਣ 2 ਕਰੋੜ ਦੀ ਗੱਲ ਹੈ, 2 ਉਂਗਲਾਂ 2 ਕਰੋੜ 2 ਲੱਖ ਤੁਸੀਂ ਗੱਡੀ ਤੱਕ ਜਾਣ ਦੀ ਗੱਲ ਹੈ, ਉਹ ਵੀ ਲੋਕਾਂ ਸਾਹਮਣੇ ਹੈ। ਪਰ ਕਿਤੇ ਨਾ ਕਿਤੇ ਅੱਜ ਜਿਹੜੇ ਲੋਕ ਸਾਹਮਣੇ ਆ ਗਏ, ਕਿਉਂਕਿ ਕਾਂਗਰਸ ਪਾਰਟੀ ਹਰ ਚੀਜ਼ ਇੱਕ ਚੀਜ਼ ਕਲੇਮ ਕਰਦੀ ਸੀਗੀ ਕਿ ਤੁਸੀਂ ਪਹਿਲਾਂ ਪਲੇਅਰ ਸਾਹਮਣੇ ਲੈ ਕੇ ਆਓ। ਇਹੋ ਜਿਹੀ ਗੱਲ ਹੀ ਕੋਈ ਨਹੀਂ ਹੈਗੀ, ਝੂਠੀ ਗੱਲ ਹੈ, ਇਹੋ ਜਿਹਾ ਇੰਸੀਡੈਂਟ ਹੋਇਆ ਹੀ ਕੋਈ ਨਹੀਂ। ਹੁਣ ਮਾਨ ਸਾਹਿਬ ਪਲੇਅਰ ਵੀ ਲੈ ਆਏ, ਉਹਦੇ ਫਾਦਰ ਸਾਹਿਬ ਵੀ ਲੈ ਆਏ, ਫੋਟੋਗ੍ਰਾਫਸ ਵੀ ਜਨਤਕ ਕਰਤੀਆਂ, ਉਹਨਾਂ ਨੇ ਤਰੀਕ ਵੀ ਦੱਸਤੀ ਕਿਹੜੀ ਤਰੀਕ ਨੂੰ ਕੈਬਨਿਟ ਮੀਟਿੰਗ ਸੀਗੀ, ਉਸ ਤਰੀਕ ਦਾ ਵੀ ਇਹਨਾਂ ਨੂੰ ਝੂਠਾ ਜਿਹੜਾ ਸੀਗਾ ਵਾਅਦਾ ਕਰ ਦਿੱਤਾ ਗਿਆ। 2 ਲੱਖ ਨਹੀਂ ਦਿੱਤੇ ਗਏ ਤੇ ਕੈਬਨਿਟ ਦੇ ਵਿੱਚ ਇਹਨਾਂ ਦੀ ਜਿਹੜੀ ਜੌਬ ਸੀਗੀ ਉਹ ਸਿਕਿਉਰ ਨਹੀਂ ਕੀਤੀ ਗਈ। ਹੁਣ ਕਿਤੇ ਨਾ ਕਿਤੇ ਜੋ ਕਰਪਸ਼ਨ ਦਾ, ਚਾਹੇ ਤੁਸੀਂ ਆਪਦੇ ਭਤੀਜਿਆਂ ਦੇ ਥਰੂ, ਚਾਹੇ ਭਾਂਜਿਆਂ ਥਰੂ, ਜਿਨ੍ਹਾਂ ਨੂੰ ਵੀ ਇੰਪਾਵਰ ਕਰ ਰਹੇ ਹੋ, ਜਿਨ੍ਹਾਂ ਨੂੰ ਵੀ ਤੁਸੀਂ ਮੌਕਾ ਦੇ ਰਹੇ ਹੋ ਉਹਨਾਂ ਤੁਹਾਡੇ ਬਿਹਾਫ ਤੇ ਐਕਟ ਕਰਨ, ਕਿਤੇ ਨਾ ਕਿਤੇ ਗੱਲ ਤਾਂ ਗਲਤ ਹੈ। ਲੋਕਾਂ ਦੀ ਹਰਾਸਮੈਂਟ ਹੋ ਰਹੀ ਹੈ, ਚਾਹੇ ਪੁਰਾਣੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਹੁੰਦੀ ਰਹੀ ਹੈ, ਇਹ ਤਾਂ ਸਾਹਮਣੇ ਆ ਗਏ। ਕਿਸੇ ਤਰੀਕੇ ਸੀਐਮ ਮਾਨ ਨੂੰ ਮਿਲ ਕੇ ਐਸੇ ਕਈ ਲੋਕ ਹੋਣਗੇ ਜਿਹੜੇ ਮਿਲੇ ਨਹੀਂ ਹੋਣਗੇ। ਐਡਵੋਕੇਟ ਸਾਹਿਬ, ਜਿਹੜਾ ਤਰਕ ਤੁਸੀਂ ਦੇ ਰਹੇ ਸੀ ਦੇਤਾ, ਆਪਾਂ ਰੈਪੀਟੀਸ਼ਨ ਤੋਂ ਬਚੀਏ ਤਾਂ ਗੱਲ ਇਹ ਬਣਦੀ ਹੈ ਕਿ ਰਿਸ਼ਵਤ ਮੰਗੀ ਗਈ ਜਸ਼ਨ ਵੱਲੋਂ, ਦਿੱਤੀ ਨਹੀਂ ਗਈ, ਇਹਦਾ ਮਤਲਬ ਕੇਸ ਜਿਹੜਾ ਹੈ ਉਹ ਕਮਜ਼ੋਰ ਹੈ ਜੇ ਆਪਾਂ ਕਾਨੂੰਨੀ ਪੱਖ ਤੋਂ ਦੇਖੀਏ। ਕੀ ਖਿਆਲ ਹੈ ਸਾਂਪਲਾ ਸਾਹਿਬ? ਦੇਖੋ ਜੀ, ਪਹਿਲੀ ਗੱਲ ਤਾਂ ਚਾਹੇ ਮੰਗੀ ਹੈ ਤੇ ਚਾਹੇ ਦਿੱਤੀ ਹੈ, ਗੱਲ ਅਲੱਗ ਹੈ। ਜੇ ਕੋਈ ਵੀ ਦੋਸ਼ੀ ਹੈ, ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਆਪਾਂ ਮੀਡੀਆ ਟ੍ਰਾਇਲ ਘੱਟ ਤੇ ਰੀਅਲ ਟ੍ਰਾਇਲ ਜ਼ਿਆਦਾ ਕਰੀਏ। ਅਸੀਂ ਪਹਿਲੇ ਦਿਨ ਤੋਂ ਜਦੋਂ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਅਸੀਂ ਉਦੋਂ ਤੋਂ ਕਹਿ ਰਹੇ ਸੀ ਕਿ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਹਦੇ ਉੱਤੇ FIR ਦਰਜ ਹੋਣੀ ਚਾਹੀਦੀ ਹੈ। FIR ਜਿਹੜੀ ਹੈ, ਪਹਿਲੀ ਜਿਹੜੀ ਹੈ ਰਿਪੋਰਟ ਜਿਹੜੀ ਦਰਜ ਹੋਵੇ, ਉਸ ਤੋਂ ਬਾਅਦ ਆਪਾਂ ਕੋਈ ਮੀਡੀਆ ਵਿੱਚ ਜਾ ਕੇ ਗੱਲ ਕਰੀਏ। ਸੋ ਬਾਰ-ਬਾਰ ਅਸੀਂ ਅੱਜ ਵੀ ਪ੍ਰੈਸ ਕਾਨਫਰੰਸ ਹੋਈ ਹੈ, ਅਸੀਂ ਉਡੀਕ ਕਰ ਰਹੇ ਹਾਂ ਹਜੇ ਵੀ ਕੋਈ FIR ਜਾਂ ਕੋਈ ਕਾਰਵਾਈ ਸਰਕਾਰ ਕਰੇ, ਕਿਉਂਕਿ ਕਰਪਸ਼ਨ ਕੋਈ ਵੀ ਕਰੇ, ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ, ਕਰਪਸ਼ਨ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਕਹਿੰਦੀ ਹੈ ਕਿ ਉਹ ਅਸਹਿਣੀ ਹੈ। ਪੰਜਾਬ ਦੀ ਤਰੱਕੀ ਲਈ ਇੱਕ ਬਹੁਤ ਵੱਡਾ ਰੋੜਾ ਹੈ ਕਰਪਸ਼ਨ ਜੋ ਹੈ। ਸੋ ਅਸੀਂ ਵੀ ਇਹੀ ਕਹਿ ਰਹੇ ਹਾਂ ਪਹਿਲੇ ਦਿਨ ਤੋਂ ਕਿ ਪ੍ਰੈਸ ਕਾਨਫਰੰਸ ਨੂੰ ਭਗਵੰਤ ਮਾਨ ਜੀ ਤਵੱਜੋ ਜ਼ਿਆਦਾ ਦੇ ਰਹੇ ਨੇ ਤੇ ਕਾਰਵਾਈ ਜਿਹੜੀ ਹੈ ਉੱਤੇ ਘੱਟ ਕਰ ਰਹੇ ਨੇ। ਅੱਜ ਦੀ ਡੇਟ 'ਚ ਵੀ ਤੁਸੀਂ ਦੇਖ ਲਓ,
ਛੋਟਾ ਜਿਹਾ ਕੰਮ ਹੈ, ਉਹ ਤੋਂ ਐਪਲੀਕੇਸ਼ਨ ਲੈਣੀ ਹੈ ਖਿਡਾਰੀ ਤੋਂ ਔਰ ਉੱਤੇ FIR ਦਰਜ ਕਰਾਣੀ ਹੈ, ਕਾਰਵਾਈ ਹੋਣੀ ਹੈ, ਉੱਥੇ ਬਿਆਨ ਦਰਜ ਹੋਣ, ਉੱਥੇ ਪਤਾ ਲੱਗੇ। ਮਗਰ ਸਾਂਪਲਾ ਸਾਹਿਬ ਸਬੂਤ ਤਾਂ ਰੱਖੇ ਨੇ ਨਾ ਲੋਕਾਂ ਦੇ ਸਾਹਮਣੇ, ਲੋਕਾਂ ਨੂੰ ਕਨਵਿੰਸ ਤਾਂ ਕਰਾਇਆ ਵੀ ਆ ਦੇਖੋ ਮੈਂ ਠੀਕ ਕਹਿ ਰਿਹਾ ਸੀ। ਇਹਦੇ ਚ ਕੀ ਗਲਤ ਗੱਲ ਕੀਤੀ ਹੈ ਭਗਵੰਤ ਮਾਨ ਨੇ? ਵਾਲੀਆ ਸਾਹਿਬ, ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਆ ਕਿ ਪ੍ਰੈਸ ਕਾਨਫਰੰਸ ਕਰਕੇ ਸਬੂਤ ਰੱਖ ਦਿਓ। ਕਿਆ ਉਹ ਪੁਲਿਸ ਜਾਂ ਕੋਰਟ ਦੇ ਦੋਨਾਂ ਦੇ ਮੂਹਰੇ ਕੋਈ ਮਾਇਨੇ ਰੱਖਦੇ ਆ ਜਦੋਂ ਤੱਕ ਇਨਵੈਸਟੀਗੇਸ਼ਨ ਮਤਲਬ FIR ਦੇ ਰੂਪ ਚ ਉਹ ਮਾਮਲਾ ਦਰਜ ਨਾ ਹੋਵੇ ਔਰ ਕੋਰਟ ਜਿਹਦੇ ਵਿੱਚ ਕਾਰਵਾਈ ਜਿਹੜੀ ਆ ਨਾ ਹੋਵੇ। ਸੋ ਪ੍ਰੈਸ ਕਾਨਫਰੰਸ ਕਰਨਾ ਹੈ, ਮੀਡੀਆ TRP ਲੈਣਾ ਅਲੱਗ ਗੱਲ ਹੈ, ਕਾਰਵਾਈ ਕਰਨਾ ਅਲੱਗ ਗੱਲ। ਅਸੀਂ ਕਹਿੰਦੇ ਅੱਛੀ ਗੱਲ ਹੈ ਜੇ ਤੁਹਾਨੂੰ ਲੱਭ ਗਏ ਆ ਤੇ ਉਹ ਪੁਲਿਸ ਨੂੰ ਦਿਓ, ਉੱਤੇ ਕਾਰਵਾਈ ਕਰੋ, ਨਾ ਕਿ ਮੀਡੀਆ ਟ੍ਰਾਇਲ ਕਰੋ, ਨਾ ਕਿ ਪ੍ਰੈਸ ਕਾਨਫਰੰਸ ਕਰੋ। ਜਿਹੜਾ ਕੰਮ ਕਰਨਾ ਵਾਲੀ ਹੈ ਮੇਰੀ ਬੇਸਿਕ ਚੀਜ਼ ਹੈ ਕਿ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਉਹ ਹਜੇ ਤੱਕ ਨਹੀਂ ਹੋਈ। ਪੋਲੀਟੀਕਲ ਫਾਇਦਾ ਉਹ ਕਾਂਗਰਸ ਪਾਰਟੀ ਨੂੰ ਡੈਮੇਜ ਕਰਤਾ, ਇੱਕ ਲੀਡਰ ਨੂੰ ਪੋਲੀਟੀਕਲ ਫਾਇਦਾ ਦੇਤਾ। ਪੋਲੀਟੀਕਲ ਬੰਦੇ ਨੇ ਪੋਲੀਟੀਕਲ ਫਾਇਦਾ ਦੇਖਣਾ ਹੁੰਦਾ ਹੈ। ਸ਼ਸ਼ੀ ਵੀਰ ਜੀ ਜੋ ਸਾਂਪਲਾ ਸਾਹਿਬ ਕਹਿ ਰਹੇ ਨੇ ਮੀਡੀਆ ਟ੍ਰਾਇਲ ਚੋਂ ਕੀ ਕੱਢਣਾ, ਕਾਨੂੰਨੀ ਕਾਰਵਾਈ ਕਿਉਂ ਨਹੀਂ? ਸਰ ਪਹਿਲੀ ਗੱਲ ਤਾਂ ਮੀਡੀਆ ਟ੍ਰਾਇਲ ਸਟਾਰਟ ਕਦੋਂ ਹੋਇਆ ਦੇਖਣ ਦੀ ਲੋੜ ਹੈ। ਜਦੋਂ CM ਮਾਨ ਸਾਹਿਬ ਨੇ ਇੱਕ ਸਟੇਜ ਤੋਂ ਕਿਹਾ ਤਾਂ ਉਸ ਤੋਂ ਬਾਅਦ ਜਦੋਂ ex-CM ਚੰਨੀ ਜਦੋਂ ਪ੍ਰੈਸ ਕਾਨਫਰੰਸਸ ਕਰਦੇ ਸੀਗੇ ਉਦੋਂ ਓਪਨ ਚੈਲੰਜ ਕਰਦੇ ਰਹੇ ਨੇ ਕਿ ਤੁਸੀਂ ਸਾਹਮਣੇ ਲੈ ਕੇ ਆਓ, ਸਾਹਮਣੇ ਲੈ ਕੇ ਆਓ। ਔਰ ਸਾਹਮਣੇ ਵੀ ਲਿਆਂਦਾ ਗਿਆ, ਕਾਨੂੰਨੀ ਕਾਰਵਾਈ ਵੀ ਜਿਹੜੀ ਬਣਦੀ ਹੈ ਉਹ ਵੀ ਕੀਤੀ ਜਾਏਗੀ, ਕਿਸੇ ਵੀ ਤਰੀਕੇ ਬਖਸ਼ਿਆ ਨਹੀਂ ਜਾਏਗਾ ਕਿਸੇ ਨੂੰ ਜੀ। ਚਲੋ ਦੇਖੋ ਪਿਆਰੇ ਦਰਸ਼ਕੋ, ਜਿਸ ਕਿਸਮ ਦੀ ਅੱਜ ਗੱਲ ਹੋਈ, ਇੱਕ ਗੱਲ ਤਾਂ ਮੈਂ ਸਮਝ ਸਕਦਾ ਕਿ ਮਾਨ ਸਾਹਿਬ ਨੇ ਅੱਜ ਮਾਨ ਸਾਹਿਬ ਜਿਵੇਂ ਕੋਈ ਬਾਕਸਿੰਗ ਦਾ ਮੈਚ ਹੁੰਦਾ ਹੈ ਜਾਂ ਰੈਸਲਿੰਗ ਦਾ ਮੈਚ ਹੁੰਦਾ, ਅੱਜ ਮਾਨ ਸਾਹਿਬ ਦੇ ਨੰਬਰ ਫੇਰ ਵੱਧ ਗਏ। ਇੱਕ ਟਾਈਮ ਆਇਆ ਸੀ ਜਦੋਂ ਚੰਨੀ ਸਾਹਿਬ ਨੇ ਜਾ ਕੇ ਇਸ ਜਿਹੜੀ ਲੜਾਈ ਚੱਲ ਰਹੀ ਸੀ ਇਸ ਮੈਚ ਦੇ ਵਿੱਚ ਬਰਾਬਰ ਤੇ ਅੰਕ ਕਰ ਲਏ ਸੀ। ਜਦੋਂ ਕਤਲਗੜ੍ਹ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਸੀ, ਖੁਦ ਅਰਦਾਸ ਕੀਤੀ ਸੀ, ਤੇ ਅੱਜ ਜਿਵੇਂ ਸਬੂਤ ਪੇਸ਼ ਕੀਤੇ ਗਏ ਨੇ, ਇਹ ਗੱਲ ਬਿਲਕੁਲ ਸਹੀ ਹੈ ਸਾਂਪਲਾ ਸਾਹਿਬ ਦੀ ਕਿ ਹਾਲ ਦੀ ਘੜੀ ਚੱਲ ਤਾਂ ਮੀਡੀਆ ਟ੍ਰਾਇਲ ਹੀ ਰਹੀ ਹੈ, ਦੂਜੇ ਪਾਸੇ ਕਾਨੂੰਨੀ ਤੌਰ ਤੇ ਕਾਰਵਾਈ ਲਈ ਕਿਵੇਂ ਖੜੂਗਾ ਕੇਸ, ਕਿਹੜੇ ਸਬੂਤ ਹੋਣਗੇ, ਇਹ ਵੀ ਕਦੇ ਗੱਲ ਕਰਾਂਗੇ। ਲੇਕਿਨ ਅੱਜ ਦਾ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ 'ਚ ਜੋ ਸਬੂਤ ਰੱਖੇ ਨੇ ਉਹਨਾਂ ਦੀ ਚਰਚਾ ਕਰ ਰਹੇ ਹਾਂ। ਇਹ ਚਰਚਾ ਜਾਰੀ ਰੱਖਾਂਗੇ। ਇੱਕ ਬ੍ਰੇਕ ਲਵਾਂਗੇ, ਹੁਣ ਮਿਲਦੇ ਬ੍ਰੇਕ ਤੋਂ ਬਾਅਦ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਨਵੀਨ ਸਬਰਵਾਲ ਜੀ, ਕਾਂਗਰਸ ਪਾਰਟੀ। ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣ ਲਿਆ ਜਿਸ ਤਰੀਕੇ ਨਾਲ ਜਿਹੜੇ ਐਡਵੋਕੇਟ ਸ਼ਸ਼ੀ ਵੀਰ ਜੀ ਨੇ ਭਗਵੰਤ ਮਾਨ ਹੋਰਾਂ ਦਾ ਕੇਸ ਰੱਖਿਆ, ਕੀ ਹੈ ਜਵਾਬ ਤੁਹਾਡਾ? जी वालिया जी, मैं गल पूछना चाहता इन्हों कोलों, क्या किसी ex-CM नाल या CM नाल फोटो खिंचवा के प्रूव हो जाता है कि उत्थे ब्राइब मंगी गई? जेड़ा फोटो आज दिखाई गई है मान साहब के द्वारा, ये प्रूव कर देता है। जेड़े भी पोलीटिकल के अपने कैरियर च लोग हैं उन्होंने लखा बंदे रोज फोटोआं खिंचवाते हैं, वो फोटोआं खिंचाने की प्रूव हो गया कि उन्होंने 2 करोड़ रुपया मंगया। ये सरासर एक इन्हां दी शुरू तो आदत है पब्लिसिटी लैण दी, जेड़ी कि मतलब गल वो करनी है भी जिहदे नाल इन्हां नूं सिर्फ प्रचार और प्रचार मिले, और कुछ नहीं। पहले ट्विटर पाता, फिर यह प्रूव करने की कोशिश करी जा रही है कि जी फोटो खिंचवा ली। मैं पूछना चाहना, जेड़े पब्लिक फिगर्स हैं उन्हां नाल करोड़ों लोग रोज फोटोआं खिंचाण दी होड़ च लगे रहंदे हैं, सैल्फियां खिंचाण दी होड़ च लगे रहंदे हैं। ये कित्थों प्रूव करदा कि चन्नी साहब ने जी 2 करोड़ रुपया मंग लिया? ये तुसीं यह देख लो भी किस तरीके की राजनीति हो रही है। ये किस तरीके की राजनीति है जिहदे ते कोई स्तर नहीं, कोई प्रूफ नहीं, कार्रवाई किवें हो सकती है? ये किहड़ा प्रूफ है कि मेरे नाल फोटो खिंचाई थी, इस तरीक नूं फोटो खिंचाई सी? यह भी तो हो सकता कि यह बंदा हुण इंप्लांट किया गया हो, ये पहले क्यों नहीं बोलिया, ये हुण इंप्लांट किया गया हो भी चन्नी साहब नाल भगवंत मान जी की रंजिश है, की गल है कि जिहड़ी चीज प्रूव की गई हो। जदों तुसीं कहंदे हो भी कैप्टन अमरिंदर सिंह जी नूं यह बंदा मिलिया, उन्होंने कहा भी क्रिकेट है नहीं, अपना जिहड़ी अपने इलैक्शन अपना वो UPSC के जो अपने पेपर्स होंगे हैं या जिन्होंने 50 सिविल सर्विसिज के पेपर होंगे वो नहीं उन्होंने पाया। किसी भी CM की एवं की कोई इंटेंशन नहीं होती। हो सकता है कि जी अपनी पंजाब के अंदर लचर कानून व्यवस्था है वो चीज़ों तो ध्यान भटकाने ली जी अनएम्पलॉयमेंट है, ये हमने कह रहे थे अपने शशि जी हैं जो बुला रहे अपना आरटी तो हरासमेंट है जी नौकरियां मिलने की। मैं पूछना चाहता पंजाब के अंदर अनएम्पलॉयमेंट खत्म हो गई? रोज टंकियां से चढ़े फिरते हैं,
ਤੁਸੀਂ ਉਹਨਾਂ ਨੂੰ ਠੀਕ ਕਰ ਲਿਆ? ਜਿਹੜੇ ਤੁਸੀਂ ਭਗਵੰਤ ਮਾਨ ਜੀ ਨੇ ਇੱਕ ਨੂੰ ਸਿਸਟਮ ਬਣਾਇਆ ਸੀ, ਕਿਆ ਉਹਨਾਂ ਨੂੰ ਨੌਕਰੀ ਮਿਲ ਗਈ ਹੈ? ਅਕੋਰਡਿੰਗ ਟੂ ਜਿਹੜਾ ਨੈਸ਼ਨਲ ਇਕਨੋਮਿਕ ਮੋਨੀਟਰਿੰਗ ਡਾਟਾ ਹੈ, ਉਹਦੇ ਹਿਸਾਬ ਨਾਲ ਅੱਜ ਵੀ ਪੰਜਾਬ ਦੇ ਅੰਦਰ 8 ਲੱਖ ਬੰਦਾ ਅਨਇੰਪਲੋਇਮੈਂਟ ਹੈ। ਤੁਸੀਂ ਗੱਲ ਕਰ ਰਹੇ ਹੋ ਜੀ ਫੋਟੋ ਖਿਚਵਾ ਲਈ, 2 ਕਰੋੜ ਮੰਗ ਲਿਆ। ਇਹ ਇੱਕ ਬੜੇ ਹਲਕੇ ਮਤਲਬ ਹਲਕੀ ਰਾਜਨੀਤੀ ਹੈ ਜਿਹਦੇ ਉੱਤੇ ਕੋਈ ਪ੍ਰੂਫ ਹੀ ਨਹੀਂ ਹੈ ਕਿ ਮੈਂ ਫੋਟੋ ਖਿਚਾ ਲਈ ਜੀ, ਮੇਰੇ ਕੋਲ 2 ਕਰੋੜ ਮੰਗਿਆ ਗਿਆ ਜੀ। ਹਾਊ ਕੈਨ ਵੀ ਜਸਟੀਫਾਈ ਦਿਸ? ਇਹ ਤੁਸੀਂ ਪਬਲਿਕ ਫਿਗਰ ਦੇ ਉੱਤੇ ਸਿਰਫ ਉਹਨਾਂ ਨੂੰ ਮੈਲਾਫਾਈਡ ਕਰਨ ਲਈ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ। ਆਈਪੀਐਲ ਦਾ ਪਲੇਅਰ ਹੈ, ਮੈਂ ਇਹਨਾਂ ਨੂੰ ਚੈੱਕ ਕੀਤਾ, ਜਿਹੜਾ ਤੁਸੀਂ ਆਈਪੀਐਲ ਦੇ ਪਲੇਅਰ ਦੀ ਗੱਲ ਕਰਦੇ ਹੋ, ਫॉर ਲਾਸਟ 3 ਇਅਰਸ ਮੈਂ ਚੈੱਕ ਕੀਤਾ, ਈਵਨ ਜਿਹੜੀ ਉਹਨਾਂ ਦੀ ਪਲੇਇੰਗ ਸਕੁਐਡ ਹੈ ਫਰੋਮ ਸਟਾਰਟਿੰਗ ਫਰੋਮ 2021, 22, 23, ਇਸ ਪਲੇਅਰ ਦਾ ਨਾਮ ਨਹੀਂ ਹੈ। ਬਾਕੀ ਤੁਸੀਂ ਸਟੱਡੀ ਕੀਤੀ ਹੈ, ਰਣਜੀ ਵਗੈਰਾ ਹੋ ਸਕਦਾ ਖੇਲਿਆ ਹੋਵੇ ਜਾਂ ਉਹਦੀ ਐਲੀਜੀਬਿਲਟੀ ਵੀ ਬੰਦੀ ਹੋਵੇ, ਮੈਂ ਉਸ ਚੀਜ਼ ਦੇ ਬਾਰੇ, ਪਰ ਇਸ ਤਰੀਕੇ ਨਾਲ ਕਿਵੇਂ ਪ੍ਰੂਵ ਹੋ ਜਾਂਦਾ ਹੈ ਕਿ ਉਹਨਾਂ ਨੇ 2 ਕਰੋੜ ਦੀ ਬ੍ਰਾਈਬ ਮੰਗੀ ਹੈ? ਇਟਸ ਬਿਲਕੁਲ ਅਨਜਸਟੀਫਾਈ ਹੈ। ਅਸੀਂ ਕਾਰਵਾਈ ਕਰਾਂਗੇ। ਤੁਸੀਂ ਜਿਹੜੇ ਬੰਦੇ 8 ਲੱਖ ਅਨਇੰਪਲੋਇਮੈਂਟ ਹੈ ਉਹਨਾਂ ਨੂੰ ਕਰੋ ਠੀਕ ਹੈ ਨਵੀਨ ਜੀ, ਤੁਹਾਡੀ ਗੱਲ, ਤੁਹਾਡਾ ਇਹ ਜਿਹੜਾ ਇਹ ਕਹਿਣਾ ਕਿ ਹੁਣ ਪਲਾਂਟ ਕੀਤਾ ਹੋ ਸਕਦਾ ਜਾਂ ਉਹਨੂੰ ਨੌਕਰੀ ਦੇਣੀ ਹੈ, ਇਸ ਕਰਕੇ ਉਹਨੇ ਜੋ ਕਿਹਾ ਮਾਨ ਸਾਹਿਬ ਨੇ ਉਹ ਕਹਤਾ, ਤੁਹਾਡੀ ਗੱਲ ਆਪਾਂ ਸੱਸੀ ਵੀ ਜ਼ਰੂਰ ਨੂੰ ਪੁੱਛਾਂਗੇ। ਲੇਕਿਨ ਉਸ ਤੋਂ ਪਹਿਲਾਂ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਸਾਡੇ ਨਾਲ ਨੇ, ਉਹਨਾਂ ਦੀ ਨਿਰਪੱਖ। ਪਹਿਲੇ ਸਰ ਪਹਿਲੀ ਗੱਲ ਤਾਂ ਹੈ ਕਿ ਕਰਪਸ਼ਨ ਹੈਗੀ ਆ, ਕੋਈ ਪਾਰਟੀ ਇਹ ਕਲੇਮ ਨਹੀਂ ਕਰ ਸਕਦੀ ਭਾਵੇਂ ਹੁਣ ਵਾਲੀ ਆ ਤੇ ਭਾਵੇਂ ਪਹਿਲੀਆਂ ਹੈਗੀਆਂ ਵੀ ਇਹ ਜਾਂ ਇਹਨਾਂ ਦੇ ਬੰਦੇ ਕਰਪਸ਼ਨ ਦੇ ਵਿੱਚ ਇਨਵੋਲਡ ਨਹੀਂ ਹੈਗੇ। ਥੋੜੇ ਬਹੁਤੇ ਹੋ ਸਕਦੇ, ਐਕਸੈਪਸ਼ਨਸ ਹੋ ਸਕਦੀਆਂ। ਇਹ ਸਰਾਫ ਆ ਔਰ ਇੱਕ ਬਹੁਤ ਵੱਡਾ ਜਿਹੜਾ ਤਾਕਤ ਦੇ ਵਿੱਚ ਹੁੰਦਾ ਉਹਨੂੰ ਲੱਗਦਾ ਕਿ ਦੂਸਰੇ ਜਿਹੜੇ ਹੈਗੇ ਆ, ਜਦੋਂ ਇਹੋ ਜਿਹੇ ਸਕੋਰ ਤਰੀਕੇ ਨਾਲ ਸਕੋਰ ਸੈਟਲ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਬਹੁਤ ਅਨਫੋਰਚੂਨੇਟ ਆ। ਮੈਂ ਤੁਹਾਡੀ ਗੱਲ ਦੇ ਨਾਲ ਤੋਰਦਾ ਹੋਇਆ ਕਹਿਣਾ ਚਾਹੁੰਦਾ ਕਿ ਇਸ ਕਾਨਫਰੰਸ ਤੋਂ ਬਾਅਦ ਇੱਕ ਕਾਂਗਰਸ ਦੀ ਕਾਨਫਰੰਸ ਹੋਈ ਸੀ ਬਾਅਦ ਦੇ ਵਿੱਚ, ਉਹਨੂੰ ਕਾਊਂਟਰ ਕਰਨ ਵਾਸਤੇ। ਉਹਦੇ ਵਿੱਚ ਜਿਹੜਾ ਨਰੇਟਿਵ ਦਿੱਤਾ ਹੈ, ਇਹ ਗੱਲ ਠੀਕ ਹੈਗਾ ਕਿ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਵੀ ਯੂਨੀਵਰਸਿਟੀ ਸਿਸਟਮ 'ਚ ਰਹੇ ਜੋ, ਕੋਈ ਵੀ ਕੈਂਡੀਡੇਟ ਕਿਸੇ ਵੀ ਕੈਟੇਗਰੀ 'ਚ ਅਪਲਾਈ ਕਰ ਸਕਦਾ ਉਸ ਵੇਲੇ, ਪਰ ਜਦੋਂ ਰਿਜ਼ਲਟ ਤੋਂ ਬਾਅਦ ਉਹਨੂੰ ਕਿਹਾ ਜਾਂਦਾ ਹੈਗਾ ਵੀ ਆਪਣੇ ਡਾਕੂਮੈਂਟ ਸਬਮਿਟ ਕਰੋ, ਤੇ ਉਦੋਂ ਫਿਰ ਉਹ ਦੇਖਿਆ ਜਾਂਦਾ ਕਿ ਉਹ ਕੈਟੇਗਰੀ ਬਣਦੀ ਨੌਕਰੀ ਕਿ ਨਹੀਂ ਬਣਦੀ। ਇਸ ਕੇਸ 'ਚ ਇਹ ਵੀ ਪਤਾ ਲੱਗਾ ਕਿ ਇਹ ਵਿਅਕਤੀ ਜਿਹੜਾ ਵਾ ਕੋਰਟ ਦੇ ਵਿੱਚ ਵੀ ਗਿਆ, ਸ਼ਾਇਦ ਥੋੜਾ ਜਿਹਾ ਰੈਫਰੈਂਸ ਆਇਆ ਸੀਗਾ, ਕੋਰਟ ਨੇ ਵੀ ਉਹਨੂੰ ਐਂਟਰਟੇਨ ਉਸ ਤਰੀਕੇ ਦੇ ਨਾਲ ਉਹਨਾਂ ਦੀ ਐਪਲੀਕੇਸ਼ਨ ਸੀ ਉਹਨੂੰ ਉਹਦੇ ਨਾਲ ਨਹੀਂ ਕੀਤਾ। ਇਹ ਸਾਰੀਆਂ ਗੱਲਾਂ ਨੂੰ ਆਪਾਂ ਫਾਦਰ ਟਾਈਮ ਵੀ ਲਾਂਭੇ ਛੱਡ ਦਈਏ। ਜਿਹੜਾ ਕੇਸ ਅੱਜ ਸਾਹਮਣੇ ਲਿਆਂਦਾ ਗਿਆ ਹੈਗਾ ਵਾ ਕਿ ਇਹ ਗੱਲ ਠੀਕ ਹੈਗੀ ਆ ਕਿ ਰਿਸ਼ਵਤ ਸਾਡੇ ਇੱਕ ਬਹੁਤ ਵੱਡਾ ਕਲੰਕ ਵਾ, ਕੋਡ ਵਾ। ਹਰ ਤੰਤਰ ਜਿਹੜਾ ਹੈਗਾ ਸਰਕਾਰੀ ਵੀ ਹੈਗਾ ਜਾਂ ਪੋਲੀਟੀਕਲ ਤੰਤਰ ਜਿਹੜਾ ਉਹ ਹੈਗਾ ਇਹਦੇ ਵਿੱਚ ਇਨਵੋਲਡ ਹੈਗਾ, ਥੱਲੇ ਤੋਂ ਲੈ ਕੇ ਉੱਤੇ ਤੱਕ ਇਨਵੋਲਡ ਹੈਗਾ। ਹਰ ਇੱਕ ਦਾ ਆਪਣਾ ਆਪਣਾ ਲੈਵਲ ਆ ਜਿਸ ਤਰੀਕੇ ਨਾਲ ਉਹ ਕਰਦੇ ਆ। ਪਰ ਜਿਸ ਤਰੀਕੇ ਨਾਲ ਡਰਟੀ ਲੈਨ ਜਿਹੜੀ ਆ ਪਬਲਿਕ ਦੇ ਵਿੱਚ ਧੋਈ ਜਾ ਰਹੀ ਆ, ਜਿਸ ਤਰੀਕੇ ਨਾਲ ਇਹ ਮੁੱਦਾ ਇਸ ਤਰੀਕੇ ਨਾਲ ਠਾਇਆ ਜਾ ਰਿਹਾ ਹੈ, ਜਾਂ ਜਿਸ ਤਰੀਕੇ ਦੇ ਨਾਲ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਤੋਂ ਧਿਆਨ ਲਾਂਭੇ ਕਰਕੇ ਦੂਸਰੇ ਪਾਸੇ ਖੜਿਆ ਜਾ ਰਿਹਾ ਹੈ, ਹੋਰ ਬਹੁਤ ਸਾਰੇ ਤਰੀਕੇ ਆ। ਇਹ ਮੈਨੂੰ ਨਹੀਂ ਲੱਗਦਾ ਕਿ ਚੀਫ ਮਿਨਿਸਟਰ ਸਾਹਿਬ ਦਾ ਆਪਣੇ ਲੈਵਲ ਦਾ ਲੈਵਲ ਹੈਗਾ ਸੀਗਾ ਕਿ ਉਹ ਸਾਰਾ ਆਪਣਾ ਜਿਹੜਾ ਕੀਮਤੀ ਸਮਾਂ ਹੁੰਦਾ ਉਹਨਾਂ ਦਾ ਉਹਨੂੰ ਇੱਥੇ ਲਿਆ ਕੇ ਆਪਣਾ ਪੋਲੀਟੀਕਲ ਸਕੋਰ, ਮੈਂ ਕਹਿੰਦਾ ਇਹ ਹੋ ਸਕਦੇ ਆ, ਇਹਨਾਂ ਦੇ ਉੱਤੇ ਹੋ ਸਕਦਾ। ਉਹਨੂੰ ਪ੍ਰੂਵ ਕਰਨਾ ਕਾਨੂੰਨ ਦੀ ਨਜ਼ਰ ਦੇ ਵਿੱਚ ਠੀਕ ਆ, ਪ੍ਰੈਸ ਦੀ ਨਜ਼ਰ ਠੀਕ ਹੋ ਸਕਦਾ ਵਾ, ਉਹ ਕੱਲ ਐਫੀਡੇਵਿਟ ਕਿੱਥੇ ਸਟੈਂਡ ਕਰਦਾ ਵਾ, ਉਹਦੇ ਐਵੀਡੈਂਸਿਸ ਕਿਸ ਤਰੀਕੇ ਦੇ ਹੋਣਗੇ, ਔਰ ਉਹਦੇ ਨਾਲ ਹੋਊਗਾ ਕਿ ਜੇ ਖੁਦਾ ਨਾ ਖਾਸਤਾ ਮੁੱਖ ਮੰਤਰੀ ਦਾ ਇਹਦੇ ਵਿੱਚੋਂ ਕੋਈ ਬਹੁਤ ਜ਼ਿਆਦਾ ਸਟਰੋਂਗ ਫੁਟਿੰਗ ਨਾ ਹੋਈ ਤੇ ਮੈਨੂੰ ਲੱਗਦਾ ਵੀ ਉਹਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਕੀਤੀ ਕਰਾਈ ਜਿਹੜੀ ਹੈਗੀ ਜਾਂ ਸਟੈਂਡਿੰਗ ਜਿਹੜੀ ਹੈਗੀ ਆ ਉਹ ਸਾਰੀ ਜਿਹੜੀ ਆ ਉਹ ਡਿੱਗ ਪੈਂਦੀ ਆ। ਦੂਸਰਾ ਗੱਲ ਇਹ ਹੈਗਾ ਕਿ ਇਹ ਜਿਹੜਾ ਕਟੀਰੀਆ ਵਾਲਾ ਪਾਸਾ ਹੈ ਜਾਂ ਇੱਕ ਨਾ ਰਾਜਨੀਤੀ ਦੀ ਇੱਕ ਡਿੱਗਦੀ ਹੋਈ ਸ਼ਾਖਾ ਜਿਹੜੀ ਹੈਗੀ ਆ, ਜਿੱਤੋਂ ਲੋਕਾਂ ਨੇ ਦੁਖੀ ਹੋ ਕੇ ਇਸ ਪਾਰਟੀ ਨੂੰ ਲਿਆਂਦਾ ਸੀ, ਮੈਨੂੰ ਲੱਗਦਾ ਕਿ ਹੌਲੀ ਹੌਲੀ ਰਾਜਨੀਤੀ ਉਸੇ ਚਿੱਕੜ ਵਾਲੇ ਪਾਸੇ ਵੱਲ, ਉਸੇ ਮੁੱਦਿਆਂ ਵਾਲੇ ਪਾਸੇ ਵੱਲ, ਤੂੰ ਮੈਂ ਵਾਲੇ ਪਾਸੇ ਵੱਲ ਜਿਹੜੀ ਆ ਉਹ ਤੁਰੀ ਜਾਣ ਡਈ ਆ। ਕਰਪਸ਼ਨ ਦਾ ਮੁੱਦਾ ਜਿੱਦਾਂ ਦੂਸਰੇ ਦੇ ਮੁੱਦੇ ਹੈਗੇ ਆ ਉਹਨਾਂ ਨੂੰ ਟੈਕਲ ਕੀਤਾ ਜਾ ਸਕਦਾ, ਬਹੁਤ ਵਧੀਆ ਗੱਲ ਹੈਗੀ। FIR ਕਰ ਦੋ, FIR ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰ ਦੋ, ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਆਊਗੀ, ਸਾਰਾ ਕੰਮ ਹੋ ਜਾਊਗਾ। ਪਰ ਤੰਤਰ ਦਾ ਇਹਨਾਂ ਜ਼ੋਰ ਲਾ ਕੇ ਮੁੱਖ ਮੰਤਰੀ ਦਾ ਸਾਹਿਬ ਆਪ ਸਾਹਮਣੇ ਆ ਕੇ ਔਰ ਇਹ ਸਾਰੇ ਨੂੰ ਆਰਗੂਮੈਂਟ ਦੇਣ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈਗੀ ਆ ਜਾਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਜਾਂ ਜਿਸ ਕਿਸਮ ਦੀ ਰਾਜਨੀਤੀ ਅਸੀਂ ਪੰਜਾਬ 'ਚ ਚਾਹੁੰਦੇ ਆ, ਇੱਕ ਉਹ ਰਾਜਨੀਤੀ ਜਿਹਦੇ 'ਚ ਡਾਈਸੈਂਟ ਵੀ ਹੋਵੇ, ਉਹ ਰਾਜਨੀਤੀ ਹੈ ਜਿਹਦੇ 'ਚ ਕਰਪਟ ਨੂੰ ਪਨਿਸ਼ ਵੀ ਕੀਤਾ ਜਾਵੇ, ਉਹ ਰਾਜਨੀਤੀ ਜਿਹੜੀ ਹੈਗੀ ਆ ਜਿਹਦੇ ਵਿੱਚ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਉਹਨਾਂ ਦੇ ਵਿਸ਼ਵਾਸ ਰੱਖ ਕੇ ਜਿਹੜਾ ਪਰਸਨਸ ਹੈਗੇ ਆ ਜਿਹੜਾ ਆਪਣੇ ਤੌਰ ਤੇ ਇੰਡੀਵਿਜੂਅਲ ਸੰਸਥਾਵਾਂ ਤੋਂ ਜ਼ਿਆਦਾ ਇੰਪੋਰਟੈਂਟ ਬਣਦੇ ਆ, ਮੈਨੂੰ ਲੱਗਦਾ ਕਿ ਇਹ ਲੌਂਗ ਟਰਮ ਦੇ ਵਿੱਚ ਸਾਡੇ ਸਾਰਿਆਂ ਵਾਸਤੇ ਜਿਹੜਾ ਇਹ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ। ਚੰਗੀ ਗੱਲ ਹੈ ਕਰਪਸ਼ਨ ਸਾਹਮਣੇ ਆਵੇ, ਉਹ ਇੱਥੇ ਦੋਸ਼ ਲਾਉਣ, ਉਹ ਉੱਤੇ ਦੋਸ਼ ਲਾਉਣ,
ਜ਼ੀਰੋ ਸਮ ਗੇਮ ਦੇ ਵਿੱਚ ਲੋਕਾਂ ਨੂੰ ਫਾਇਦਾ ਹੋਊਗਾ। ਔਰ ਜੇ ਅਲਟੀਮੇਟਲੀ ਲੋਕਾਂ ਨੂੰ ਇਹੀ ਪਤਾ ਲੱਗ ਜਾਏ ਵੀ ਇਹ ਸਾਰੇ ਇੱਕੋ ਜਿਹੇ ਆ ਤੇ ਉਹ ਕੋਈ ਨਾ ਕੋਈ ਹੋਰ ਤਰੀਕੇ ਦਾ ਬਦਲ ਲੱਭਣਾ ਸ਼ੁਰੂ ਕਰ ਦੇਣਗੇ। ਬਹੁਤ ਚੰਗੀ ਗੱਲ ਹੈਗੀ, ਪਰ ਮੈਨੂੰ ਲੱਗਦਾ ਵੀ ਇੱਕ ਇਸ ਇਸ਼ੂ ਨੂੰ ਲੈ ਕੇ ਇਸ ਤਰੀਕੇ ਦਾ ਵਰਤਾਰਾ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਦੇ ਲੈਵਲ ਤੇ ਇਹ ਮੈਨੂੰ ਨਹੀਂ ਸੀ ਲੱਗਦਾ। ਹੋਰ ਕੋਈ ਵੀ ਉਹਨਾਂ ਦਾ ਵਿਅਕਤੀ ਜਿਹੜਾ ਹੈਗਾ ਸੀਗਾ, ਚਾਹੇ ਉਹ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਸੀਗਾ, ਚਾਹੇ ਉਹਨਾਂ ਦਾ ਮੰਤਰੀ ਹੋ ਸਕਦਾ ਸੀ। ਤੁਸੀਂ ਅੱਜ ਦੇਖਿਆ ਹੋਣਾ ਇੱਕ ਹੋਰ ਨਵੀਂ ਡਿਵੈਲਪਮੈਂਟ ਪੰਜਾਬ 'ਚ ਹੋਈ ਆ ਕਿ ਕਿਸ ਤਰੀਕੇ ਨਾਲ ਜਿਹੜੇ ਬਹੁਤ ਧਾਕੜ ਮੰਤਰੀ ਸੀਗੇ ਉਹਨਾਂ ਦੇ ਮਹਿਕਮੇ ਬਦਲ ਕੇ ਲਾਂਭੇ ਕਰ ਦਿੱਤੇ ਗਏ। ਉਹਦੇ ਉੱਤੇ ਵੀ ਸਵਾਲ ਉੱਠਣੇ ਸੀ ਅੱਜ ਵੀ ਇਹ ਕੀ ਹੋਇਆ ਕਿ ਜਿਹੜੇ ਵਿਅਕਤੀ ਇਹਨਾਂ ਤਾਮਝਾਮ ਦੇ ਨਾਲ ਜਿਹੜਾ ਬਹੁਤ ਵੱਡਾ ਮੁੱਦਾ ਸੀਗਾ ਪੰਚਾਇਤਾਂ ਦੀਆਂ ਜ਼ਮੀਨਾਂ ਦਾ ਸੀਗਾ ਜਾਂ ਜਿਹੜੇ ਕਬਜ਼ੇ ਲੋਕਾਂ ਨੇ ਕੀਤੇ ਸੀਗੇ ਉਹਨੂੰ ਛਡਾਉਣ ਦੇ ਵਿੱਚ ਆਪਣੀ ਸਾਰੀ ਤਾਕਤ ਲਾ ਰਿਹਾ ਸੀਗਾ, ਇੰਸਟੈਂਟਲੀ ਕਿਉਂ ਡਿਸਪੀਅਰ ਹੋ ਗਿਆ? ਇੱਕ ਮੰਤਰੀ ਨੂੰ ਕਿਉਂ ਡ੍ਰੌਪ ਕਰਨਾ ਪਿਆ? 2 ਮੰਤਰੀ ਜਿਹੜੇ ਲਿਆਂਦੇ ਗਏ ਆ ਉਹਨਾਂ ਨਾਲੋਂ ਹੋਰ ਵੀ ਇਹੋ ਜਿਹੇ ਲੋਕ ਉੱਥੇ ਬੈਠੇ ਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਸੀਗੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਜੇ ਦੇਖੀਆਂ ਜਾਣ ਤੇ ਇਹ ਸਕੋਰ ਸੈਟਲਿੰਗ ਵਾਲੇ ਪਾਸੇ ਤੋਂ ਨਿਕਲ ਕੇ ਲੋਕਾਂ ਦੇ ਮੁੱਦਿਆਂ ਵੱਲ ਸਰਕਾਰ ਆਪਣਾ ਕੰਮ ਕਰੇ, ਕਰਪਸ਼ਨ ਨੂੰ ਬੰਦ ਕਰੇ, ਕਰਪਟ ਨੂੰ ਜਿਹੜਾ ਪਨਿਸ਼ ਵੀ ਕਰੇ। ਪਰ ਇਸ ਕਿਸਮ ਦੀ ਪਬਲਿਕ ਡੋਮੇਨ ਦੇ ਵਿੱਚ ਤੂੰ ਮੈਂ ਮੈਨੂੰ ਲੱਗਦਾ ਵੀ ਇਹ ਬਹੁਤ ਹੀ ਕਾਰਗਰ ਨਹੀਂ ਹੈਗੀ। ਦੇਖੋ ਸੇਖੋਂ ਸਾਹਿਬ, ਜਿਹੜੇ ਤੁਸੀਂ ਬਿਲਕੁਲ ਜਿਹੜੀ ਇਹ ਗੱਲ, ਇਹ ਨੁਕਤਾ ਤੁਹਾਡਾ ਵਿਚਾਰਨਯੋਗ ਹੈ ਕਿ ਇਹ ਕਈ ਇਸ਼ੂਜ਼ ਨੂੰ ਡਾਇਵਰਟ ਕਰਨਾ ਇਹ ਤਰੀਕਾ ਹੈ ਪਾਰਟੀਆਂ ਕੋਲ, ਇਹਨਾਂ ਕੋਲ ਵੀ ਹੈ, ਬਾਕੀ ਪਾਰਟੀਆਂ ਵੀ ਕਰਦੀਆਂ ਨੇ। ਜਿਹੜੀ ਸਾਡੀ ਉੱਪਰ ਸੱਤਾਧਾਰੀ ਧਿਰ ਹੈ ਉਹ ਵੀ ਅਕਸਰ ਜਦੋਂ ਕਿਸੇ ਚੀਜ਼ ਨੂੰ ਡਾਇਵਰਟ ਕਰਨਾ ਹੁੰਦਾ ਕੋਈ ਹੋਰ ਮੁੱਦਾ ਖੜਾ ਕਰ ਦਿੰਦੇ ਨੇ। ਇਹ ਤਾਂ ਗੱਲ ਸਾਹਮਣੇ ਹੈ, ਲੇਕਿਨ ਕਿਤੇ ਨਾ ਕਿਤੇ ਜਿਹੜਾ ਮੀਡੀਆ ਟਰੈਲ ਦੀ ਗੱਲ ਚੱਲਦੀ ਹੈ ਉਹਦੇ ਵਿੱਚੋਂ ਫਾਇਦਾ ਕਿਹਨੂੰ ਹੁੰਦਾ? ਜਿਹੜੀ ਪੋਲੀਟੀਕਲ ਮਾਈਲੇਜ ਤਾਂ ਜਿਹੜੀ ਹੈ ਉਹ ਭਗਵੰਤ ਮਾਨ ਲੈ ਹੀ ਗਏ ਨਾ। ਜਦੋਂ ਉਹ ਇਸ ਲੋਕਾਂ 'ਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਦੇ ਮਨਾਂ 'ਚ ਚਰਨਜੀਤ ਚੰਨੀ ਦਾ ਇਮੇਜ ਤਾਂ ਖਰਾਬ ਹੋਇਆ, ਉਹਦੇ ਵੀ ਉਹਨਾਂ ਨੇ ਕੀਤਾ, ਉਹ ਬਾਅਦ ਦੀ ਗੱਲ ਹੈ। FIR ਕਰਨੀ ਹੈ ਨਹੀਂ ਕਰਨੀ, ਇਹ ਅਸਲ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਜਿਹੜਾ ਮਕਸਦ ਨੂੰ ਲੈ ਕੇ ਇਹ ਗੱਲ ਹੋਈ ਸੀ। ਸ਼ਸ਼ੀਵੀਰ ਸ਼ਰਮਾ ਜੀ, ਜੋ ਸੇਖੋਂ ਸਾਹਿਬ ਕਹਿ ਰਹੇ ਨੇ ਜਾਂ ਜੋ ਤੁਹਾਡੇ ਸੱਭਰਵਾਲ ਸਾਹਿਬ ਨੇ ਤੁਹਾਡੇ ਤੇ ਲਾਏ ਨੇ ਦੋਸ਼, ਉਹਦੇ ਬਾਰੇ ਕੀ ਕਹੋਗੇ? ਸਰ, ਸੱਭਰਵਾਲ ਸਾਹਿਬ ਇੱਕ ਚੀਜ਼ ਤਾਂ ਭੁੱਲ ਗਏ ਕਿਉਂਕਿ ਬਿੰਗ ਕਾਂਗਰਸ ਦੇ ਪ੍ਰਵਕਤਾ, ਉਹ ਇੱਕ ਚੀਜ਼ ਤੋਂ ਧਿਆਨ ਡਾਇਵਰਟ ਹਟ ਗਏ ਕਿ ਇੱਕ ਲੜਕਾ ਤੇ ਉਹਦੇ ਫਾਦਰ ਦੋਵੇਂ ਬੈਠੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਨੇ ਆਪਦੀ ਹੱਡਬੀਤੀ ਦੱਸੀ ਹੈ। ਉਹਨਾਂ ਨੇ ਤੁਹਾਡੇ MLA ਜਿਹੜੇ ਸੀਗੇ ਬਲਬੀਰ ਸਿੱਧੂ ਦਾ ਵੀ ਨਾਮ ਦਿੱਤਾ, ਜਿਹੜੇ ਨਾਲ ਗਏ ਸੀਗੇ, ਫੋਟੋਗ੍ਰਾਫ ਵੀ ਦਿਖਾ ਦਿੱਤੀਆਂ। ਇਹਨਾਂ ਨੇ ਇੱਕੋ ਚੀਜ਼ ਦੱਸੀ ਕਿ ਫੋਟੋਗ੍ਰਾਫ ਦਿਖਾ ਕੇ ਸ਼ਾਇਦ ਤੁਸੀਂ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫੋਟੋਗ੍ਰਾਫ ਦਿਖਾ ਕੇ ਨੀਵਾਂ ਦਿਖਾਉਣ ਦੀ ਕੀਤੀ ਜਾ ਰਹੀ ਹੈ। ਅਸੀਂ ਆਲਰੇਡੀ ਦੱਸ ਕੇ ਹਟੇ ਹਾਂ, ਪਹਿਲਾ ਟਾਈਮ ਦਿੱਤਾ ਗਿਆ ਸੀਗਾ ਜਦੋਂ ਚਾਹੇ ਕ੍ਰਿਕਟਰ ਦੀ ਗੱਲ ਕਰ ਰਹੇ ਨੇ, ਉਹ ਆਮ ਬੰਦਾ ਨਹੀਂ ਹੈ, ਉਹ ਪੰਜਾਬ ਵੱਲੋਂ ਖੇਡਿਆ ਹੋਇਆ ਪਲੇਅਰ ਹੈ, ਪੰਜਾਬ ਵੱਲੋਂ ਖੇਡ ਰਿਹਾ ਪਲੇਅਰ ਹੈ, ਉਹ ਚੰਗਾ ਇੱਕ ਹੈਸੀਅਤ ਰੱਖਦਾ ਹੈ। ਅਗਰ ਉਹਨੇ ਕੋਈ ਐਗਜ਼ਾਮ ਦਿੱਤਾ ਸੀ, ਐਗਜ਼ਾਮ ਦੇ ਵਿੱਚ ਕਿਸੇ ਤਰੀਕੇ ਦੀ ਤੁਹਾਡੀ ਕ੍ਰਿਕਟ ਨੂੰ ਸਪੋਰਟਸ ਨਹੀਂ ਕਾਊਂਟ ਕੀਤਾ ਗਿਆ ਜਾਂ ਬਾਅਦ ਚੋਂ ਉਹਦੇ ਲਈ ਉਹਦੇ ਕੋਲੋਂ ਡਾਕੂਮੈਂਟਸ ਡਿਮਾਂਡ ਕੀਤੇ ਗਏ ਜਾਂ ਉਹਦੀ ਖੱਜਲ ਖੁਆਰੀ ਕੀਤੀ ਗਈ, ਹੁਣ ਉਹਦੇ ਇਨਸੀਡੈਂਟ ਚੋਂ ਨਿਕਲ ਗਿਆ, ਉਹਨੇ ਜਗ੍ਹਾ ਵੀ ਦੱਸੀ ਜਿੱਥੇ ਉਹਨਾਂ ਨਾਲ ਹਾਦਸਾ ਹੋਇਆ, ਜਿੱਥੇ ਉਹਨਾਂ ਕੋਲ ਪੈਸੇ ਮੰਗੇ ਗਏ, ਜਿੱਥੇ ਉਹਨਾਂ ਨੂੰ ਬੁਲਾਇਆ ਗਿਆ ਤੇ ਜਿੱਥੇ CM ਚੰਨੀ ਵੱਲੋਂ ਦੁਰਵਿਵਹਾਰ ਕੀਤਾ ਗਿਆ ਉਹਨਾਂ ਨਾਲ, ਸਾਰੀ ਚੀਜ਼ਾਂ ਦੱਸੀਆਂ ਗਈਆਂ। ਅਗਰ ਤੁਹਾਡੇ ਚੋਂ ਕਾਂਗਰਸ ਦਾ ਚਸ਼ਮਾ ਲੱਗਾ, ਸ਼ਾਇਦ ਤੁਸੀਂ ਉਹ ਚੀਜ਼ ਨੂੰ ਨਹੀਂ ਦੇਖ ਸਕਦੇ ਹੋ। ਹਰ ਚੀਜ਼ ਨੂੰ ਤੁਸੀਂ ਵਿਕਟਮਾਈਜ਼ ਕਰਕੇ ਲੈਣਾ, ਹਰ ਚੀਜ਼ ਦੇ ਉੱਤੇ ਤੁਸੀਂ ਸਿੰਪਥੀ ਗੇਨ ਕਰਨ ਦੀ ਕੋਸ਼ਿਸ਼ ਕਰਨੀ ਹੈ, ਉਹ ਅਲੱਗ ਗੱਲ ਹੈਗੀ ਹੈ। ਦੂਸਰਾ, ਸੇਖੋਂ ਸਾਹਿਬ ਬਹੁਤ ਸਿਆਣੇ ਇਨਸਾਨ ਹੈ, ਉਹਨਾਂ ਨੇ ਬੜੀ ਤਰੀਕੇ ਨਾਲ ਗੱਲ ਕੀਤੀ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਪੋਲੀਟੀਕਲ ਜਮਾਤ ਹੈ ਉਹਦੀ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀਗਾ, ਚਾਹੇ ਉਹ ਉਹਨਾਂ ਦੀ ਚਾਹੇ ਵਰਡ ਸੀਗੇ, ਚਾਹੇ ਉਹਨਾਂ ਦੇ ਕਮਿਟਮੈਂਟ ਸੀਗੇ, ਚਾਹੇ ਕੋਈ ਵੀ ਬੰਦਾ ਉਹਦੇ ਜਿਹੜਾ ਚੋਣ ਮੈਨੂਫੈਸਟੋ ਹੁੰਦਾ ਸੀਗਾ ਉਹਦੀਆਂ ਗੱਲਾਂ ਤੇ ਬਹੁਤ ਯਕੀਨ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇਹ ਕੰਮ ਹੁੰਦੇ ਹੀ ਨਹੀਂ ਹੈ। ਉਹਨਾਂ ਦੀ ਜਿਹੜੀ ਪੋਲੀਟੀਕਲ ਜਮਾਤ ਦੀ ਜਿਹੜੀ ਗੱਲ ਹੈ ਕਹਿਣੀ ਤੇ ਕਥਨੀ ਬਿਲਕੁਲ ਡਿਫਰੈਂਟ ਹੁੰਦੀ ਹੈ। ਮੈਂ ਇਹ ਚੀਜ਼ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ, ਕਿਉਂਕਿ ਮੈਂ ਆਪਣੀ ਪਾਰਟੀ ਦਾ ਪੱਖ ਰੱਖਣਾ ਹੈ, ਅਸੀਂ ਡੇ 1 ਤੋਂ ਕਮਿਟਡ ਆ। ਜਿਹੜੀ ਕਮਿਟਮੈਂਟਸ ਅਸੀਂ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਮੈਨੀਫੈਸਟੋ 'ਚ ਕੀਤੀਆਂ ਅਸੀਂ 100% ਪੂਰਾ ਕਰਾਂਗੇ ਕਿਉਂਕਿ ਲੋਕਾਂ ਦੇ ਵਿੱਚ ਸਟੇਬਿਲਿਟੀ ਜਾਂ ਲੋਕਾਂ ਦੇ ਵਿੱਚ ਜਿਹੜੀ ਗੱਲ ਹੈ ਲੋਕੀ ਤਾਈਓ ਸਾਡੀ ਮੰਨਣਗੇ ਕਿਉਂਕਿ ਕੋਈ ਪੋਲੀਟੀਕਲ ਪਾਰਟੀ ਆਪਣੀ ਕਥਨੀ ਪੂਰੀ ਕਰਕੇ ਵਿਖਾਏਗੀ। ਅਸੀਂ ਆਮ ਆਦਮੀ ਪਾਰਟੀ ਡੇ 1 ਤੋਂ ਕਮਿਟਡ ਆ। ਚੋਣ ਮੈਨੀਫੈਸਟੋ 'ਚ ਜਿਹੜੀ ਕਮਿਟਮੈਂਟਸ ਕੀਤੀਆਂ ਉਹ ਵੀ ਪੂਰੀਆਂ ਕਰਾਂਗੇ, ਜਿਹੜੀਆਂ ਨਹੀਂ ਹੈਗੀਆਂ ਉਹ ਵੀ ਪੂਰੀਆਂ ਕਰਾਂਗੇ। ਸ਼ਸ਼ੀਵੀਰ ਜੀ ਕੁਝ ਸੱਭਰਵਾਲ ਜੀ ਕਹਿਣਾ ਚਾਹੁੰਦੇ ਨੇ? ਹਾਂਜੀ ਸੱਭਰਵਾਲ ਜੀ। ਜੀ ਇਹ ਗੱਲ ਕਰ ਰਹੇ ਆ ਬਾਰ-ਬਾਰ ਕਿ ਅਸੀਂ ਕਮਿਟਡ ਆ। ਮੈਂ ਨਾ ਕੋ ਪੁੱਛਣਾ ਚਾਹੁੰਦਾ, ਗੋਲਡੀ ਬਰਾੜ ਬਾਰੇ ਸਟੇਟਮੈਂਟ ਕੀਤੀ ਸੀ? CM ਸਾਹਿਬ ਦੀ ਸੀ ਕਿ ਹੀ ਵਿਲ ਬੀ ਡਿਟੇਨਡ ਇਨ USA। ਤੁਹਾਨੂੰ ਸਿੱਧੀ ਰਿਪੋਰਟ ਆ ਗਈ ਸੀ FBI ਦੇ ਥਰੂ, ਉਹ ਵੀ ਤੁਹਾਡੀ ਗੱਲ ਫੇਕ ਸਾਬਿਤ ਹੋਈ ਕਿਉਂਕਿ ਤੁਸੀਂ ਸਿਰਫ ਔਰ ਸਿਰਫ ਇੱਕ ਚੀਜ਼ ਸਾਬਿਤ ਕਰਨੀ ਹੈ ਕਿ ਅਸੀਂ ਕਹਿੰਦੇ ਕਿਸੇ ਤਰੀਕੇ ਨਾਲ ਟਵੀਟ ਮਾਰ ਦੇਣਾ ਭਾਵੇਂ ਦਾ ਕੋਈ BMW ਆ ਗਈ
ਮੈਂ ਸਰ ਪੁੱਛਣਾ ਚਾਹੁੰਦਾ ਬਿਲਕੁਲ ਨॉन ਸੀਰੀਅਸ ਐਜ਼ ਏ ਸੀਐਮ ਲੈਵਲ ਤੇ ਗੱਲਾਂ ਬਿਲਕੁਲ ਸ਼ੋਭਾ ਨਹੀਂ ਦਿੰਦੀਆਂ। ਸਾਡੇ ਉਹ ਸੀਐਮ ਹੈਗੇ ਆ ਜੇ ਪੰਜਾਬ ਦੀ ਜਨਤਾ ਨੇ ਚੁਣਿਆ ਹੈ ਉਹਨਾਂ ਨੂੰ, ਤੇ ਉਹ ਗੱਲਾਂ ਕਰਨ ਜਿਹੜੀਆਂ ਠੀਕ ਹੋਣ। ਤੁਸੀਂ ਫੋਟੋ ਦਿਖਾਤੀ ਜੀ। ਮੈਂ ਪੁੱਛਣਾ ਚਾਹੁੰਦਾ ਜਿਹੜੇ 8 ਲੱਖ ਅਨਇੰਪਲੋਇਮੈਂਟ ਹੈਗੀ ਹੈ, ਜਿਹੜੇ ਰੋਜ਼ ਤੁਹਾਡੇ ਤੁਸੀਂ ਸਿਰ ਪਾੜਦੇ ਹੋ, ਤੁਹਾਡੇ ਪੁਲਿਸ ਵਾਲੇ ਜਿਹੜੇ ਇੰਪਲੋਇਮੈਂਟ ਜਿਹੜੇ ਆਪਣੇ ਟੀਚਰਸ ਹੈਗੇ ਆ ਉਹਨਾਂ ਤੁਸੀਂ ਜੌਬ ਦੇਤੀ, ਉਹਨਾਂ ਬਾਰੇ ਤੁਸੀਂ ਕਿੰਨੇ ਸੀਰੀਅਸ ਹੋ? ਪੰਜਾਬ ਦੇ ਅੰਦਰ ਨਸ਼ਾ ਅੱਜ ਵੀ ਗੋਡੇ ਗੋਡੇ ਨਸ਼ਾ ਹੈਗਾ। ਤੁਹਾਡੇ ਕੇਜਰੀਵਾਲ ਜਿਹੜੇ ਕਿਹਾ ਸੀ ਮੈਂ 4 ਮਹੀਨੇ ਦੇ ਅੰਦਰ ਨਸ਼ਾ ਖਤਮ ਕਰ ਦਾਂਗਾ, ਤੁਸੀਂ ਉਹ ਬੇਸਿਕ ਇਸ਼ੂ ਤੋਂ ਨਹੀਂ ਬੋਲਦੇ। ਪੰਜਾਬ ਦੇ ਅੰਦਰ ਅੱਜ ਦੀ ਡੇਟ ਦੇ ਅੰਦਰ ਜਿਹੜੇ ਇੰਨਾ ਨਸ਼ਾ ਹੋ ਰਿਹਾ ਉਹਦਾ ਕਾਰਨ ਹੈ ਸਾਡੇ ਪੰਜਾਬ ਦੇ ਅੰਦਰ ਜਿਹੜੀ ਆਪਣਾ ਨਾ ਇਨਵੈਸਟਮੈਂਟ ਆ ਰਹੀ ਹੈ, ਉਹ ਨਾ ਇੱਥੇ ਕੋਈ ਇੰਡਸਟਰੀ ਲਗਾਉਣਾ ਚਾਹੁੰਦਾ, ਉਹ ਵੀ ਤੁਹਾਡੇ ਡਿਸੀਜਨ ਕਰਕੇ ਹੈ। ਜਿਹੜਾ ਤੁਸੀਂ ਬਿਜਲੀ ਫ੍ਰੀ ਚ ਵੰਡ ਰਹੇ ਹੋ ਉਹ ਸਾਰੀ ਜਾ ਕੇ ਪਾਵਰ ਦਿੱਤੀ ਜਾ ਰਹੀ ਹੈ। ਤੁਸੀਂ ਸਿਰਫ ਔਰ ਸਿਰਫ ਧਿਆਨ ਡਾਇਵਰਟ ਕਰੋ। ਸਿੱਧੂ ਮੂਸੇਵਾਲੇ ਵਰਗਾ ਲੋਕਪ੍ਰਿਯ ਜਿਹੜਾ ਗਾਇਕ ਸੀ ਉਹ ਤੁਹਾਡੀ ਕਿਸੇ ਲੋਕਪ੍ਰਿਯ ਡਿਸੀਜਨ ਕਰਕੇ ਤੁਸੀਂ ਦਾਦਾ ਪਬਲਿਕ ਡੋਮੇਨ ਚ ਪਾਤਾ ਕਿ ਉਹਦੀ ਸਿਕਿਉਰਿਟੀ ਵਿਡਰਾ ਕਰ ਲਈ। ਨੈਕਸਟ ਡੇ ਉਸ ਬੰਦੇ ਦਾ ਕਤਲ ਹੋ ਗਿਆ। ਤੁਸੀਂ ਸਰ ਇੱਕ ਮਿੰਟ ਵਾਲੀਆ ਸਾਹਿਬ ਮੈਂ 1 ਮਿੰਟ ਬੋਲਣਾ ਚਾਹੁੰਦਾ। ਮੈਂ ਕਹਿੰਦਾ ਲੋਕਾਂ ਦੀ ਜੇ ਤੁਸੀਂ ਤੁਸੀਂ ਦੂਜੀ ਪੋਲੀਟੀਕਲ ਪਾਰਟੀਆਂ ਦਾ ਆਪਣਾ ਇੰਨਾ ਉਹ ਕਰਦੇ ਹੋ, ਆਪਣਾ ਉਹਨਾਂ ਤੇ ਮੈਲਾਫਾਈਡ ਇੰਟੈਂਸ਼ਨ ਨਾਲ ਇਲਜ਼ਾਮ ਲਗਾਉਂਦੇ ਹੋ, ਆਪਣੀ ਤਰਫ ਵੀ ਦੇਖ ਲਓ। ਤੁਹਾਡੇ ਜਿਹੜੇ ਐਮਐਲਏ ਆ ਉਹਨਾਂ ਦੇ ਜਿਹੜੇ ਆਫਸੀਨ ਹੈਗੇ, ਮੈਂ ਤੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹ ਪਬਲਿਕ ਡੋਮੇਨ ਦੇ ਅੰਦਰ ਅੱਛਾ ਨਹੀਂ ਲੱਗਦਾ ਕਿ ਕੋਈ ਬੰਦਾ ਚੈਨਲ ਦੇ ਉੱਤੇ ਬੋਲੇ। ਉਵੇਂ ਦੇ ਆਫਸੀਨ ਆ ਨੇ ਤੁਹਾਡੇ ਐਮਐਲਏ ਤੇ, ਉਹਦੇ ਉੱਤੇ ਤੁਸੀਂ ਕਦੀ ਆਪਣੀ ਨਜ਼ਰ ਨਹੀਂ ਪਾਲੀ। ਐਵੇਂ ਦੀ ਵੀਡੀਓਜ਼ ਹੈਗੀਆਂ ਪਬਲਿਕ ਡੋਮੇਨ ਦੇ ਉੱਤੇ, ਕਿਆ ਤੁਹਾਨੂੰ ਕੋਈ ਐਕਸ਼ਨ ਉਹਦੇ ਉੱਤੇ ਲਿੱਤਾ? ਇਹ ਤਾਂ ਤੁਸੀਂ ਬਿਨਾਂ ਕਿਸੇ ਗੱਲ ਤੇ ਬਿਨਾਂ ਕਿਸੇ ਕਾਰਨ ਤੇ ਕੰਮ ਕਰੋ, ਬਲਕਿ ਤੁਹਾਡੇ ਪ੍ਰੂਫ ਹੈ, ਤੁਸੀਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ। ਸਬਰਵਾਲ ਜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਮੁੱਦਿਆਂ ਤੋਂ ਡਾਇਵਰਟ ਕਰਦੀਆਂ ਨੇ ਪਾਰਟੀਆਂ। ਆਪਾਂ ਆਪਦੀ ਡਿਬੇਟ ਨੂੰ ਮੁੱਦਿਆਂ ਤੋਂ ਡਾਇਵਰਟ ਨਾ ਕਰੀਏ। ਸਾਪਲਾ ਜੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ ਪਰ ਤੁਸੀਂ ਵਿੱਚੋਂ ਉੱਠ ਕੇ ਚਲੇ ਗਏ। ਔਰ ਤੁਹਾਡੀ ਇੱਕ ਗੱਲ ਤੇ ਨਹੀਂ ਚਲਾ ਗਿਆ ਸੀ, ਥੋੜੀ ਟੈਕਨੀਕਲ ਪ੍ਰੋਬਲਮ ਸੀ ਵਾਲੀਆ ਜੀ, ਉੱਠ ਕੇ ਨਹੀਂ ਚਲਾ ਗਿਆ ਸੀ, ਥੋੜਾ ਸਿਗਨਲ ਦੀ ਪ੍ਰੋਬਲਮ ਸੀ ਜੀ। ਤੁਹਾਡੀ ਇੱਕ ਗੱਲ ਜਿਹੜੀ ਆ ਉਹ ਤੇ ਆਪਾਂ ਅਗਲੇ ਹਿੱਸੇ 'ਚ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਕਿ ਜੇ ਇਹੋ ਜਿਹਾ ਕੁਝ ਕਰਨੀ ਸੀ FIR ਲੌਂਚ ਕਰਕੇ ਤੁਸੀਂ ਆਪਣੀ ਗੱਲ ਦੱਸ ਦਿੰਦੇ, ਸ਼ਾਇਦ ਇਹ ਗੱਲ ਜ਼ਿਆਦਾ ਬਿਹਤਰ ਹੁੰਦੀ। ਜਿਹੜਾ ਮੁੱਦਾ ਉੱਠ ਰਿਹਾ ਹੈ ਇਹ ਤੇ ਆਪਾਂ ਚਰਚਾ ਅੱਗੇ ਵਧਾਵਾਂਗੇ, ਲੇਕਿਨ ਇੱਕ ਬ੍ਰੇਕ ਤੋਂ ਬਾਅਦ। ਹੁਣ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਸਾਹਿਲ ਸਰਪਲਾ ਜੀ ਸਾਡੇ ਨਾਲ ਨੇ ਭਾਰਤੀ ਜਨਤਾ ਪਾਰਟੀ ਤੋਂ। ਸਰਪਲਾ ਜੀ ਗੱਲ ਤਾਂ ਤੁਹਾਡੀ ਠੀਕ ਹੈ, FIR ਲੌਂਚ ਹੋ ਕੇ ਉਦੋਂ ਬਾਅਦ ਜਾਂਦਾ, ਪਰ ਮੀਡੀਆ ਟ੍ਰਾਇਲ ਦਾ ਪੋਲੀਟੀਕਲ ਪਾਰਟੀਆਂ ਨੇ ਆਪਦਾ ਫਾਇਦਾ ਲੈਣਾ ਹੁੰਦਾ। ਤੁਹਾਡੀ ਪਾਰਟੀ ਵੀ ਜਦੋਂ ਮੌਕਾ ਮਿਲਦੀ ਹੈ ਇਸ ਤਰ੍ਹਾਂ ਹੀ ਫਾਇਦਾ ਲੈਂਦੀ ਹੈ, ਇੱਧਰ ਵੀ ਲੈ ਲਿਆ, ਤਾਂ ਇਹਦੇ 'ਚ ਮਤਲਬ ਗਲਤ ਕੀ ਹੋਇਆ? ਦੇਖੋ ਵਾਲੀਆ ਸਾਹਿਬ, ਫਾਇਦਾ ਪੋਲੀਟੀਕਲੀ ਫਾਇਦਾ ਲੈਣਾ ਔਰ ਕਾਨੂੰਨੀ ਕਾਰਵਾਈ ਕਰਨਾ, ਇਹ ਕੋਈ ਪੋਲੀਟੀਕਲ ਕਾਨਫਰੰਸ ਨਹੀਂ ਸੀ, ਪ੍ਰੈਸ ਕਾਨਫਰੰਸ ਨਹੀਂ ਸੀ। ਠੀਕ ਆ, ਪੋਲੀਟੀਕਲ ਪਾਰਟੀਆਂ ਇੱਕ ਦੂਸਰੇ ਤੇ ਇਲਜ਼ਾਮ ਵੀ ਲਾਉਂਦੀਆਂ, ਇੱਕ ਦੂਜਿਆਂ ਦੀ ਨਿਖੇਧੀ ਵੀ, ਜੇ ਕੋਈ ਉਹਨਾਂ ਨੂੰ ਡਿਸੀਜਨ ਨਹੀਂ ਪਸੰਦ ਆਉਂਦਾ, ਸਭ ਕੁਝ ਕਰਦੇ ਆ। ਬਟ ਤੁਸੀਂ ਇੱਕ ਪੁਆਇੰਟ ਨੋਟ ਕਰੋ, ਆਪਾਂ ਕਰ ਕੀ ਰਹੇ ਹਾਂ? ਆਪਾਂ ਕਹਿ ਰਹੇ ਹਾਂ ਪ੍ਰੈਸ ਕਾਨਫਰੰਸ ਕਰਕੇ ਕਿ ਮੈਂ ਸਮੇਂ ਦੇ ਰਿਹਾ ਤੁਹਾਨੂੰ। ਸਮੇਂ ਕਿਹਨੂੰ ਦੇ ਰਿਹਾ? ਕ੍ਰਾਈਮ ਕਰਨ ਵਾਲੇ ਨੂੰ। 1 ਹਫ਼ਤੇ ਦਾ, 4 ਦਿਨ ਦਾ, 5 ਦਿਨ ਦਾ। ਪਹਿਲਾਂ ਤਾਂ ਤੁਸੀਂ ਸਾਥ ਦੇ ਰਹੇ ਹੋ, ਉਹਨਾਂ ਨੂੰ ਬੜਾਵਾ ਦੇ ਰਹੇ ਹੋ, ਸਮੇਂ ਦੇ ਰਹੇ ਹੋ ਕਿ ਜਾ ਭਾਈ ਨੱਠ ਜਾ ਜਿੱਥੇ, ਜਾਂ ਜਿਹੜੇ ਤੂੰ ਸਬੂਤ ਵਗੈਰਾ ਆ, ਜਾਂ ਹੋਰ ਜਿਹੜੇ ਇੱਧਰ ਉੱਧਰ ਕਿਸੇ ਨੇ ਕੰਪਲੇਂਟੈਂਟ ਹੈ ਉਹਨਾਂ ਸੈਟਿੰਗ ਕਰ ਲੈ ਜਾਂ ਕੀ ਕਰ ਲੈ। ਆਪਾਂ ਇਹ ਸਮਾਂ ਦੇ ਹੀ ਕਿਉਂ ਰਹੇ ਹਾਂ? ਜੇ ਆਪਾਂ ਕਾਰਵਾਈ ਕਰਨੀ ਆ, ਆਪਾਂ ਤਾਂ ਆਈਏ ਧਰਮਸ਼ਾਲਾ ਤੋਂ ਆਉਂਦੇ ਹੀ ਬੁਲਾਈਏ ਪੁਲਿਸ ਵਾਲਿਆਂ ਨੂੰ, ਉਹਨਾਂ ਨੂੰ ਖਿਡਾਰੀ ਤੋਂ ਆਪਾਂ ਕੰਪਲੇਂਟ ਦਵਾਈਏ ਤੇ ਉੱਥੇ FIR ਦਰਜ ਹੋਵੇ, ਉੱਥੇ ਥਾਣੇ 'ਚ ਬੁਲਾ ਕੇ ਉਹਨਾਂ ਨੂੰ ਪੁੱਛਿਆ ਜਾਵੇ। ਆਪਾਂ ਕੀ ਲੈਣਾ ਮੀਡੀਆ ਦੇ ਵਿੱਚ? ਅੱਜ ਵੀ ਤੁਸੀਂ ਦੇਖੋ, ਮੈਂ ਕਹਿਣਾ ਕਿ ਕਾਰਵਾਈ ਕਰਕੇ ਕਾਨਫਰੰਸ ਕਰਦੇ, ਪਰ DGP ਸਾਹਿਬ ਕਰ ਦਿੰਦੇ, SSP ਸਾਹਿਬ ਕਰ ਦਿੰਦੇ, ਭਗਵੰਤ ਮਾਨ ਸਾਹਿਬ ਨੂੰ ਆਪ ਕਰਨੀ ਪਈ। ਕਿਹਦੇ ਖਿਲਾਫ ਕੀਤੀ ਹੈ? ਉਹ ਚੰਨੀ ਸਾਹਿਬ ਦੇ ਭਤੀਜੇ ਦੇ, ਮਤਲਬ ਹੁਣ ਚੰਨੀ ਸਾਹਿਬ ਦਾ ਭਤੀਜਾ ਵਰਸਿਸ ਭਗਵੰਤ ਮਾਨ ਹੋ ਗਿਆ ਨਾ ਜੀ ਇਹ, ਕਿਉਂਕਿ ਚੰਨੀ ਸਾਹਿਬ ਦਾ ਨਾਮ ਨਹੀਂ। ਮੈਂ ਤਾਂ ਕਹਿੰਦਾ ਜੇ ਕਾਰਵਾਈ ਕਰਨੀ ਸੀ ਚੰਨੀ ਸਾਹਿਬ ਤੇ ਵੀ ਕਰਦੇ। ਹੁਣ ਘੁੰਮ ਫਿਰ ਕੇ ਚੰਨੀ ਸਾਹਿਬ ਤੋਂ ਸ਼ੁਰੂ ਕਰਕੇ ਤੇ ਮੁੱਕੇ ਆ ਗਏ ਭਤੀਜੇ ਤੇ, ਜਾਂ ਨਾਲ ਤਾਂ ਫਿਰ ਉਹਨਾਂ ਦਾ ਵੀ ਨਾਮ ਹੋਣਾ ਚਾਹੀਦਾ, ਉਹ ਟੈਕਨੀਕਲੀ ਕਿਤੇ ਲੱਗਾ ਹੋਊਗਾ। ਸੋ ਗੱਲਾਂ ਇਹ ਆ ਕਿ ਤੁਸੀਂ ਕਹਿੰਦੇ ਪੋਲੀਟੀਕਲ ਬਿਆਨ ਦੇਣਾ ਇੱਕ ਅਲੱਗ ਚੀਜ਼ ਹੈ, ਕਾਰਵਾਈ। ਤੁਹਾਡਾ ਆਪਰੇਸ਼ਨ ਲੋਟਸ ਦੇ ਵਿੱਚ ਕਿੰਨੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਸੀਗੀਆਂ? ਇੱਕ ਵੀ FIR ਦਰਜ ਨਹੀਂ ਹੋਈ ਕਿਸੇ ਤੇ, ਨਹੀਂ ਮੁੱਦਾ ਆਪ ਮੁਕਾ ਲਿਆ ਜਿਹਨੇ ਚੱਕਿਆ ਸੀ। ਅਸੀਂ ਤੇ ਅੱਜ ਵੀ ਸ਼ਸ਼ੀ ਵੀਰ ਜੀ ਤੋਂ ਬੇਨਤੀ ਕਰਦੇ ਹਾਂ, ਕਿਰਪਾ ਕਰਕੇ ਆਪਰੇਸ਼ਨ ਲੋਟਸ ਦੀ ਕਾਰਵਾਈ ਜਿਹੜੀ ਆ ਉਹ ਦੁਬਾਰਾ ਸ਼ੁਰੂ ਕੀਤੀ ਜਾਏ, ਸਾਨੂੰ ਬਾਈ ਨੇਮ ਦੱਸਿਆ ਜਾਵੇ, ਨਹੀਂ ਤੇ ਪ੍ਰੈਸ ਕਾਨਫਰੰਸਾਂ ਕਰਨ ਵਾਲਿਆਂ ਤੇ
ਵੀ ਕਾਰਵਾਈ ਕੀਤੀ ਜਾਵੇ। ਸ਼ਸ਼ੀਵੀਰ ਸ਼ਰਮਾ ਜੀ ਕੀ ਹੈ ਜਵਾਬ ਸਾਂਪਲਾ ਜੀ ਦਾ? ਸਰ ਸਾਂਪਲਾ ਜੀ ਉਸ ਪੋਲੀਟੀਕਲ ਪਾਰਟੀ ਤੋਂ ਆਉਂਦੇ ਨੇ ਜਿਹੜੀਆਂ ਸਭ ਤੋਂ ਵੱਧ ਪੋਲੀਟੀਕਲ ਪ੍ਰੈਸ ਕਾਨਫਰੰਸਿਸ ਕਰਕੇ ਦੂਸ਼ਣਬਾਜ਼ੀ ਕਰਦੀ ਹੈ। ਐਟਲੀਸਟ ਆਮ ਆਦਮੀ ਪਾਰਟੀ ਕੰਮ ਤਾਂ ਕਰ ਰਹੀ ਹੈ, ਚਾਹੇ ਕਰਪਸ਼ਨ ਦੀ ਗੱਲ ਕਰ ਲਓ। ਤੁਸੀਂ ਕਹਿ ਰਹੇ ਪ੍ਰੈਸ ਕਾਨਫਰੰਸ ਦੀ ਕੀ ਜ਼ਰੂਰਤ ਸੀਗੀ? ਜਦੋਂ ਪਹਿਲਾ ਪ੍ਰੈਸ ਕਾਨਫਰੰਸ ਤੋਂ ਸੀਐਮ ਮਾਨ ਨੇ ਕਿਹਾ ਸੀ ਮੈਂ ਸਾਹਮਣੇ ਲੈ ਆਣੇ ਆ, ਉਦੋਂ ਇਹੋ ਪੋਲੀਟੀਕਲ ਪਾਰਟੀ ਸੀਗੀਆਂ, ਤੁਹਾਡੇ ਚੈਨਲ ਤੇ ਡਿਬੇਟ ਚੱਲਦੀ ਸੀਗੀ, ਕਹਿੰਦੇ ਝੂਠੀ ਸਟੋਰੀ ਹੈ, ਇਹਨਾਂ ਕੋ ਸਾਹਮਣੇ ਨਹੀਂ ਲਿਆਇਆ ਜਾਣਾ, ਐਸਾ ਕੋਈ ਬੰਦਾ ਹੀ ਨਹੀਂ ਹੈਗਾ। ਹੁਣ ਜਦੋਂ ਬੰਦਾ ਸਾਹਮਣੇ ਆ ਗਿਆ, ਉਹਦੇ ਫਾਦਰ ਸਾਹਮਣੇ ਆ ਗਏ, ਫੋਟੋਗ੍ਰਾਫ ਸਾਹਮਣੇ ਆ ਗਈਆਂ, ਲੱਗੇ ਹੋਏ ਐਲੀਗੇਸ਼ਨ ਪ੍ਰੂਵ ਕਰ ਰਹੇ ਨੇ, ਤੇ ਉਹਦੇ ਖਿਲਾਫ ਕਾਰਵਾਈ ਮੈਂ ਦੱਸਣਾ ਚਾਹੁੰਦਾ ਕਿ ਆਲਰੇਡੀ ਮੈਂ ਕਹਿ ਕੇ ਹਟਿਆ ਕਿ ਜਿਹੜੀ ਕਾਨੂੰਨੀ ਕਾਰਵਾਈ ਹੈ ਡੈਫੀਨਿਟਲੀ ਕੀਤੀ ਜਾਏਗੀ। ਬਖਸ਼ਿਆ ਨਹੀਂ ਕਿਸੇ ਨੂੰ ਵੀ ਜਾਏਗਾ, ਕਿਸੇ ਨੂੰ ਅਸੀਂ ਆਪਦੇ ਨੂੰ ਨਹੀਂ ਬਖਸ਼ਿਆ। ਇਹ ਗੱਲ ਕਹਿਤੀ, ਲੇਕਿਨ ਸਾਂਪਲਾ ਜੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਸਾਂਪਲਾ ਜੀ। ਸ਼ਸ਼ੀਵੀਰ ਜੀ ਤੁਸੀਂ ਪ੍ਰੈਸ ਕਾਨਫਰੰਸ ਕਰੋ, ਜੀ ਸੱਦ ਕੇ ਕਰੋ, ਤੁਹਾਨੂੰ ਕੋਈ ਨਹੀਂ ਰੋਕਦਾ, ਮਗਰ ਗੱਲ ਉੱਥੇ ਹੀ ਹੈ ਕਿ ਕਾਰਵਾਈ ਕਿੱਥੇ ਹੈ। ਪ੍ਰੈਸ ਕਾਨਫਰੰਸਾਂ ਤੇ 4-5 ਹੋ ਗਈਆਂ, ਔਰ ਇੱਥੇ ਵੀ ਹੋ ਗਈਆਂ। ਆਪਰੇਸ਼ਨ ਲੋਟਸ ਤੇ ਕਿੰਨੀਆਂ ਹੋ ਗਈਆਂ? ਮੇਰੇ 2 ਸਵਾਲ ਆ। ਆਪਰੇਸ਼ਨ ਲੋਟਸ ਦੀ ਕਾਰਵਾਈ ਦੱਸੋ ਕਿੱਥੇ ਆ? ਦੂਜੀ ਚੀਜ਼, ਇਹ 'ਚ ਕਾਰਵਾਈ ਕਦੋਂ ਹੋਊਗੀ? ਪ੍ਰੈਸ ਕਾਨਫਰੰਸਾਂ ਤੇ ਸਾਨੂੰ 1 ਹਫ਼ਤੇ ਤੋਂ ਹੋ ਗਿਆ ਸੁਣਦਿਆਂ ਨੂੰ, ਕੋਈ FIR ਦੀ ਵੀ ਕਾਪੀ ਦੇ ਦਿਓ। ਸ਼ਸ਼ੀਵੀਰ ਜੀ ਕੀ ਕਹਿੰਦੇ ਨੇ? ਜੀ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਹੈ, ਬੀਜੇਪੀ ਨਹੀਂ। ਅਸੀਂ ਭਾਰਤ ਭੂਸ਼ਣ ਨੂੰ ਕਿਸੇ ਨੂੰ ਬਚਾਉਣ ਦੀ ਗੱਲ ਨਹੀਂ ਕਰਾਂਗੇ। ਇਹ ਨਹੀਂ ਕਿ FIR ਦਰਜ ਹੋਊਗੀ ਕਿ ਰੈਸਟੋਰੈਂਟਸ ਬੈਠੇ ਹੋਣ, ਪੋਕਸੋ ਵਰਗੇ ਸੀਰੀਅਸ ਇਲਜ਼ਾਮ ਲੱਗੇ ਹੋਣ ਤੇ ਉਹਦੀ ਅਰੈਸਟ ਨਾ ਪਵੇ। FIR ਹੋਊਗੀ, ਇਮੀਡੀਏਟ ਅਰੈਸਟ ਵੀ ਹੋਏਗੀ, ਗੱਲ ਵੀ ਸੁਣੀ ਜਾਊਗੀ, ਕਿਸੇ ਨੂੰ ਵੀ ਮੁੱਦੇ ਨੂੰ ਡੀਟੇਲ ਨਹੀਂ ਕੀਤਾ ਜਾਏਗਾ। ਦੂਸਰੀ ਗੱਲ, ਜਿਹੜੀ ਆਪਰੇਸ਼ਨ ਲੋਟਸ ਦੀ ਗੱਲ ਕਰ ਰਹੇ ਨੇ, ਆਪਰੇਸ਼ਨ ਲੋਟਸ ਸਭ ਦੇ ਸਾਹਮਣੇ ਹੈ। ਗੋਆ ਦੇ ਵਿੱਚ ਜਿਹੜੇ MP ਗਏ ਸੀ, MLA ਖਰੀਦੇ ਸੀਗੇ, ਉਹ ਕਿਹੜੀ ਕੈਪੈਸਿਟੀ ਚਲੇ ਗਏ ਤੁਹਾਡੇ ਕੋਲੋਂ? MP ਦੀ ਸਟੋਰੀ ਲੈ ਲਓ, ਜਿਸ ਤਰੀਕੇ ਨਾਲ FIR ਪੰਜਾਬ ਤੇ ਦਰਜ ਹੋਈ ਸੀ, ਪੰਜਾਬ ਦੇ MLA ਨੇ ਪੰਜਾਬ ਦਾ ਵਿਰੋਧ ਕਰਾਇਆ ਸੀ। ਇੱਕ ਮਿੰਟ ਕਨਕਲੂਡ ਕਰ ਲੈਣ ਦਿਓ, ਤੁਸੀਂ ਆਪਦਾ ਜਵਾਬ ਦੇ ਦਿਓ। ਇਹਨਾਂ ਦੇ ਪ੍ਰਵਕਤਾ ਜਦੋਂ ਕਰਨਾਟਕਾ ਦੀ ਇਲੈਕਸ਼ਨ ਚੱਲ ਰਹੀ ਸੀਗੀ, ਉਦੋਂ ਇਹਨਾਂ ਨੇ ਓਪਨਲੀ ਕਿਹਾ ਕਿ ਵੇਟ ਕਰ ਲਓ, ਜੋ ਸਾਡੇ ਕੋਲ ਕੋਈ ਗੱਲ ਨਹੀਂ, ਅਸੀਂ ਸਾਡੇ ਜਦੋਂ ਬਹੁਮਤ ਨਹੀਂ ਵੀ ਹੁੰਦੇ ਉਦੋਂ ਇਹ ਤੋੜ ਜੋੜ ਕਰਨਾ ਸ਼ੁਰੂ ਕਰ ਦਿੰਦੇ ਨੇ। ਸਭ ਦੇ ਸਾਹਮਣੇ ਹੈ, ਕਿੰਨੀਆਂ ਸਟੇਟਾਂ ਸਰਕਾਰਾਂ ਬਣਾਈਆਂ ਇਹਨਾਂ ਨੇ, ਲੋਕਾਂ ਦੇ ਸਾਹਮਣੇ ਹੈ। ਆਪਰੇਸ਼ਨ ਲੋਟਸ ਤੇ ਲੋਕ ਜਾਣਦੇ ਨੇ ਇਹਨਾਂ ਬਾਰੇ ਬਹੁਤ ਕੁਝ। ਸ਼ਸ਼ੀਵੀਰ ਜੀ ਸਬਰਵਾਲ ਜੀ ਕੁਝ ਕਹਿਣਾ ਚਾਹੁੰਦੇ? ਹਾਂਜੀ ਹਾਂ ਵਾਲੀਆ ਜੀ, ਮੈਂ ਦੱਸਣਾ ਚਾਹੁੰਦਾ ਕਿ ਬੇਸਿਕਲੀ ਜਿਹੜੀ ਆਮ ਆਦਮੀ ਪਾਰਟੀ ਹੈ, ਦੈਟ ਇਜ਼ ਅ ਨॉन ਸੀਰੀਅਸ ਪਾਰਟੀ। ਇਹ ਸਿਰਫ ਸ਼ਗੂਫੇ ਉਡਾਉਂਦੇ ਹੈ, ਕੋਈ ਗੱਲ ਨਹੀਂ। ਮੈਂ ਇਹਨਾਂ ਕੋ ਪੁੱਛਣਾ ਚਾਹੁੰਦਾ, ਜਿਹੜਾ ਤੁਹਾਡਾ ਮਨੀਸ਼ ਸਿਸੋਦੀਆ ਜੀ ਅੰਦਰ ਹੈ, ਜਾਂ ਸਤਿੰਦਰ ਜੈਨ ਜੀ ਨੂੰ ਬੇਲ ਮਿਲ ਗਈ, ਜਾਂ ਪੰਜਾਬ ਦੇ ਜਿਹੜੇ ਤੁਹਾਡੇ 4 MLA ਆ, ਉਹ ਕਰਪਸ਼ਨ ਕੇਸਿਸ ਦੇ ਅੰਦਰ ਹੈ। ਤੁਹਾਨੂੰ ਜੁਮਾ 11 ਮਹੀਨੇ ਹੋਏ ਇੱਥੇ, 12 ਸਾਲ ਹੋਇਆ ਹੈ। ਮੈਂ ਗੱਲ ਕਰਨਾ ਚਾਹੁੰਦਾ, ਕਦੀ ਤੁਸੀਂ ਆਪਣੀ ਵੀ ਉੱਥੇ ਦੇਖਿਆ ਆਪਣੇ MLA ਨੂੰ? ਉਸ ਤੋਂ ਬਾਅਦ ਜਿਹੜੇ MLC ਕਾਰਵਾਈ ਹੈ, ਸਰ ਇਹ ਸਿਰਫ ਜਿਹੜੀਆਂ ਚੀਜ਼ਾਂ ਦਾ ਕੋਈ ਬੇਸਿਕ ਨਹੀਂ ਹੈ। ਪਬਲਿਕ ਡੋਮੇਨ 'ਚ ਕਿਸੇ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਕਿ ਫੋਟੋ ਖਿੱਚੀ ਜੀ 2 ਕਰੋੜ ਮੰਗੇ। ਮੈਂ ਪੁੱਛਣਾ ਚਾਹੁੰਦਾ ਕਿ ਉਹ ਬੰਦਾ ਰਾਜਾ ਹਰੀਸ਼ ਚੰਦਰ ਜਿਹੜਾ ਬੋਲ ਰਹੇ ਸਰ, ਇਹਦਾ ਕੀ ਲੌਜੀਕਲ ਪ੍ਰੂਫ ਹੈ ਕਿ ਸਿਰਫ ਇੱਕ ਆਪਾਂ ਤੁਸੀਂ ਜਿਵੇਂ ਤੁਸੀਂ ਗੱਲ ਕਹੀ ਵਾਲੀਆ ਜੀ, ਤੁਸੀਂ ਗੱਲ ਕਹੀ ਕਿ ਉਹ ਆਪਣੀ ਪਬਲਿਕ ਪਰਸੈਪਸ਼ਨ 'ਚ ਜਾਂ ਮੀਡੀਆ ਵਾਰ 'ਚੋਂ ਜਿੱਤ ਗਏ, ਤੁਸੀਂ ਬੋਲਿਆ ਵੀ ਉਹਨਾਂ ਨੇ ਅੱਜ ਪ੍ਰੂਫ ਕਰਤੇ ਸਰ। ਉਹੀ ਗੱਲ ਹੈਗੀ ਹੈ, ਇਹਨਾਂ ਦਾ ਬੇਸਿਕਲੀ ਜਿਹੜਾ ਏਮ ਹੈ ਕਿ ਡੈਫਾਮੇਟ ਕਰਨਾ ਹੈ, ਚੰਨੀ ਜੀ ਨੂੰ ਡੈਫਾਮੇਟ ਕਰਨਾ ਹੈ, ਉਹਨਾਂ ਨੂੰ ਬਦਨਾਮ ਕਰਨਾ ਹੈ। ਉਹਦਾ ਕੋਈ ਨਹੀਂ ਹੈਗਾ, ਕੋਈ ਸਰ ਲੌਜੀਕਲ ਜਾਂ ਕਾਨੂੰਨੀ ਆਧਾਰ ਨਹੀਂ ਹੈ। ਇਸ ਬੰਦੇ ਨੂੰ ਜਿਹੜਾ ਆਪਣਾ ਪਲੇਅਰ ਹੈ, ਇਹਨੇ ਕੋਰਟ 'ਚ ਵੀ ਪਟੀਸ਼ਨ ਲਾਈ ਸੀ, ਓਬਵੀਅਸਲੀ ਡਿਨਾਈਲ ਹੋ ਗਈ ਸੀ। ਉਹਦੇ 'ਚ ਵੀ ਚੰਨੀ ਸਾਹਿਬ ਦਾ ਰੋਲ ਹੈ ਵੀ ਕੋਰਟ ਨੇ ਵੀ ਜੇ ਉਹਨੂੰ ਮਨਾ ਕਰਤਾ। ਬੇਸਿਕਲੀ ਥੀਸ ਪੀਪਲ ਆਰ ਓਨਲੀ ਇੱਕ ਜਿਹੜਾ ਕਹਿੰਦੇ ਮੈਂ ਲੋਕਪ੍ਰਿਯ ਵਾਦੇ। ਈਵਨ ਦੈਨ ਜਦੋਂ ਵੀ ਹੁਣ ਭਾਰਤ ਦੇ ਅੰਦਰ ਅਸੀਂ ਦੇਖਿਆ ਗਿਆ ਪਿਛਲੇ 2 ਸਾਲ ਤੋਂ ਸੈਂਟਰ ਦੇ ਅੰਦਰ, ਇੱਕ ਮਿੰਟ ਵਾਲੀਆ ਜੀ ਮੇਰੀ ਗੱਲ ਕੰਪਲੀਟ ਹੋ ਲਓ, ਵਾਲੀਆ ਮੇਰੀ ਗੱਲ ਕੰਪਲੀਟ ਹੋ ਲਓ। ਪਿਛਲੇ 9 ਸਾਲ ਤੋਂ ਆਪਾਂ ਦੇਖਿਆ ਗਿਆ ਕਿ ਭਾਰਤ ਦੇ ਅੰਦਰ ਜਿਹੜੀ ਸੈਂਟਰ ਦੇ ਅੰਦਰ ਸਰਕਾਰ ਹੈ, ਉਹ ਵੀ ਮੀਡੀਆ ਦੇ ਅੰਦਰ ਹਾਈਪ ਲਾਂਦੀ ਰਹਿੰਦੀ ਹੈ, ਤੇ ਇੱਥੇ ਜਿਹੜੀ ਹੁਣ ਪੰਜਾਬ ਦੇ ਅੰਦਰ ਸਰਕਾਰ ਹੈ, ਇਹਦਾ ਵੀ ਇਹੋ ਕੰਮ ਹੈ। ਦੇ ਆਰ ਨॉन ਸੀਰੀਅਸ ਵਿਦ ਦਾ ਪੀਪਲ। ਜਨਤਾ ਦੇ ਜਿਹੜੇ ਮਸਲੇ ਹੈ ਉਹ ਇਹਨਾਂ ਨੇ ਨਹੀਂ ਸੁਲਟਾਣੇ, ਸਿਰਫ ਔਰ ਸਿਰਫ ਮੀਡੀਆ ਨੂੰ ਆਪਣੀ ਤਰਫ ਕਰਕੇ ਉਹਨੂੰ ਇੱਕ ਤਰੀਕੇ ਦਾ ਕੰਪੋਜ਼ ਕਰਕੇ ਹਰ ਚੀਜ਼ ਉੱਤੇ ਮੈਂ ਮਹਿਮਾ ਲੁੱਟਣੀ ਹੈ। ਬੇਸਿਕਲੀ ਕੋਈ ਪ੍ਰੋਬਲਮ ਸੋਲਵ ਨਹੀਂ ਹੁੰਦੀ, ਨਾ ਇਹਨਾਂ ਕੋਲ ਹੋਣੀ ਹੈ। ਔਰ ਇਹ ਜਿਹੜਾ ਚੰਨੀ ਜੀ ਤੇ ਲਗਾਇਆ, ਇਟ ਇਜ਼ ਅ ਟੋਟਲੀ ਫਾਲਸ ਐਲੀਗੇਸ਼ਨ, ਇਹਦਾ ਕੋਈ ਲੌਜੀਕਲ ਪ੍ਰੂਫ ਨਹੀਂ ਹੈ। ਜੀ ਸਾਂਪਲਾ ਜੀ, ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਕੋਲ ਆਵਾਂ, ਲੇਕਿਨ ਉਸ ਤੋਂ ਪਹਿਲਾਂ ਸੇਖੋਂ ਸਾਹਿਬ ਦੀ ਟਿੱਪਣੀ ਸੁਣ ਲਈਏ, ਕਿਉਂਕਿ ਉਹਨਾਂ ਨੇ ਪੋਲੀਟੀਕਲ ਪਾਰਟੀ ਦੇ 3 ਦੀਆਂ ਗੱਲਾਂ ਸੁਣੀਆਂ ਨੇ। ਉਹਨੂੰ ਕੀ ਕਹਿੰਦੇ ਨੇ, ਉਹਨਾਂ ਦੀ ਗੱਲ ਸੁਣ ਲਈਏ। ਸੇਖੋਂ ਸਾਹਿਬ। ਸਰ ਇਹ ਤੁਹਾਡੀ ਗੱਲ, ਕਿਉਂਕਿ ਫਿਰ ਆਪਾਂ ਉਹਦੇ ਉੱਤੇ ਫੋਕਸ ਰੱਖੀਏ। ਜਿਹੜਾ ਤੁਸੀਂ ਕਿਹਾ ਕਿ ਜੋ ਅੱਜ ਉਹਨਾਂ ਨੇ ਕੀਤਾ ਵਾ, ਸਬੂਤ ਰੱਖੇ ਆ, ਇਹ ਤਾਂ ਸ਼ਸ਼ੀਵੀਰ ਹੁਣੀ ਜਾਂ ਹੋਰ ਸਾਥੀ ਜਿਹੜੇ ਵਕੀਲ ਹੈਗੇ ਉਹ ਦੱਸ ਸਕਣਗੇ ਕਿ ਕਿੰਨਾ ਕੁ ਉਹਨਾਂ ਦੀ ਟੈਨੇਬਿਲਿਟੀ ਹੈਗੀ ਆ, ਕਿੰਨਾ ਟਿਕ ਸਕਦੇ ਆ, ਕਿੰਨਾ ਖਿੱਚਿਆ ਜਾਊਗਾ। ਪਰ ਜਿਹੜੀ ਗੱਲ ਮੈਂ ਫੋਕਸ ਆਪਣਾ ਹੈਗਾ ਕਿ ਮੀਡੀਆ ਜਿਹਦੇ ਵਿੱਚ ਉਹਨਾਂ ਨੇ ਆਪਣਾ ਨੰਬਰ ਬਣਾਇਆ। ਆਪਾਂ ਨੂੰ ਪਤਾ ਕਿ ਹੁਣ ਲੋਕੀ ਮੀਡੀਆ 'ਚ ਨੰਬਰ ਬਣਾਉਣ ਦੇ ਨਾਲ ਨਾਲ ਹੋਰ ਕ੍ਰੈਡੀਬਿਲਿਟੀ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ, ਕਿ ਤੁਹਾਡੀ ਆਪਣੀ ਕ੍ਰੈਡੀਬਿਲਿਟੀ ਆ।
ਕ੍ਰੈਡੀਬਿਲਿਟੀ ਕਿਸੇ ਵੀ ਲੀਡਰ ਦੀ ਜਿਹੜੀ ਹੁੰਦੀ ਆ ਉਹਦੀ ਕਿੱਦਾਂ ਲੋਕਾਂ ਨੂੰ ਉਹ ਰਿਸਪੌਂਡ ਕਰਦਾ ਹੈ, ਕਿੱਦਾਂ ਲੋਕਾਂ ਨੂੰ ਜਿਹੜਾ ਹੈਗਾ ਉਹ ਜਨਰੈਲਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਇਸ਼ੂ ਲੈਂਦਾ। ਇਹ ਨਹੀਂ ਹੁੰਦਾ ਇੱਕ ਦੋ ਬੰਦੇ ਲੈ ਲਏ, ਜਿੱਦਾਂ ਇਹ ਦੁਖੀ ਸੀਗਾ, ਦੁਖੀ ਤੇ ਸਾਰਾ ਪੰਜਾਬ ਇੱਥੋਂ ਦੁਖੀ ਤੇ ਇਹੋ ਜਿਹੇ ਬਹੁਤ ਸਪੋਰਟਸ ਪਰਸਨ ਆ, ਹੋਰ ਵੀ ਟੈਂਕੀਆਂ ਦੇ ਵਿੱਚ ਜਿਹੜੇ ਫਿਰਦੇ ਆ, ਬਹੁਤ ਸਾਰੇ ਟੀਚਰਾਂ ਪ੍ਰੋਫੈਸਰਾਂ ਨੇ UGC ਨੈਟ PhD ਕਰਕੇ ਪਿਛਲੀ ਸਰਕਾਰ ਦੇ ਸਮੇਂ 'ਚੋਂ ਅਸਿਸਟੈਂਟ ਪ੍ਰੋਫੈਸਰ ਵੀ ਬਣ ਗਏ ਸੀ, ਕੋਰਟ ਨੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਸੀਗਾ। ਮੀਡੀਆ 'ਚ ਤੁਸੀਂ ਜਿੰਨਾ ਆਪਾਂ ਨੂੰ ਵੀ ਪਤਾ ਕਿ ਇੱਥੇ ਕਈ ਇੱਕ ਪਾਰਟੀ ਦਾ ਆਪਣਾ ਮੀਡੀਆ ਜਿਹੜਾ ਹਾਊਸ ਹੈਗਾ ਵਾ, ਔਰ ਕਈ ਵਾਰੀ ਇਲੈਕਸ਼ਨਾਂ ਦੇ ਵਿੱਚ ਅੱਗੋਂ ਪਿੱਛੋਂ 24 ਘੰਟੇ ਉਹਨਾਂ ਦੇ ਜੋ ਵੀ ਹੁੰਦਾ ਪ੍ਰਚਾਰ ਵੀ ਕਰਦੇ ਆ, ਗੁਣਗਾਨ ਵੀ ਹੁੰਦੇ, ਫਿਰ ਲੋਕ ਉਸ ਤਰੀਕੇ ਨਾਲ ਰਿਸਪੌਂਡ ਨਹੀਂ ਕਰਦੇ। ਹੁਣ ਮੈਂ ਆਪਣੀ ਗੱਲ ਤੇ ਆਉਣਾ ਚਾਹੁੰਦਾ ਕਿ ਜਿਹੜੇ ਕੋਰ ਮੁੱਦੇ ਹੈਗੇ ਆ, ਜਿਹੜੇ ਮੁੱਦਿਆਂ ਦੀ ਦੂਸਰੇ ਸਾਥੀਆਂ ਨੇ ਵੀ ਗੱਲ ਕੀਤੀ ਸੀ, ਉਹ ਬਹੁਤ ਸੀਰੀਅਸ ਆ। ਨਸ਼ਾ ਐਡੀ ਛੇਤੀ ਖਤਮ ਨਹੀਂ ਹੋ ਸਕਦਾ, ਅਨਪਲਾਇਮੈਂਟ ਖਤਮ ਨਹੀਂ ਹੋ ਸਕਦੀ, ਜਾਂ ਇਹਦੇ ਨਾਲ ਨਾਲ ਲਾਅ ਐਂਡ ਆਰਡਰ ਨਹੀਂ ਹੋ ਸਕਦਾ। ਮੈਨੂੰ ਲੱਗਦਾ ਕਿ ਜਦੋਂ ਇਦਾਂ ਦਾ ਕੋਈ ਇਸ਼ੂ ਵਿੱਚ ਆ ਜਾਂਦਾ ਵਾ ਤੇ ਥੋੜਾ ਸਮਾਂ ਅਸੀਂ ਜਿਹੜੇ ਉਹ ਮੁੱਦੇ ਪੈਦਾ ਕਰਦੀਆਂ ਫੋਰਸਸ ਹੈਗੀਆਂ ਉਹਨਾਂ ਨੂੰ ਥੋੜੀ ਸਪੇਸ ਦੇ ਦਿੰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਰਕਾਰ ਦਾ ਕੰਮ ਤੁਸੀਂ ਦੇਖੋ, ਜਦੋਂ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਆ, ਉਹਨਾਂ ਦੇ ਐਕਸ਼ਨ ਬੋਲਣੇ ਚਾਹੀਦੇ ਆ। ਜ਼ਰੂਰੀ ਨਹੀਂ ਕਿ ਉਹਨਾਂ ਇਹ ਠੀਕ ਹੈ ਹੁਣ ਵਰਤਾਰਾ ਆ ਗਿਆ ਕਿਉਂਕਿ ਮੀਡੀਆ ਦਾ ਜ਼ਮਾਨਾ ਆ ਗਿਆ। ਲੱਗਦਾ ਕਿ ਇਹ ਵੀ ਕਈ ਵਾਰੀ ਹੋ ਜਾਂਦਾ ਕਿ ਲੰਮਾ ਸਮਾਂ ਤੁਸੀਂ ਸਾਹਮਣੇ ਨਾ ਆਓ ਮੀਡੀਆ ਦੇ ਉੱਤੇ ਤੇ ਤੁਹਾਨੂੰ ਰੋਟੀ ਪਚਣੀ ਵੀ ਆਮ ਤੌਰ ਤੇ ਜਿਹੜੀ ਨਾ ਮੁਸ਼ਕਲ ਹੋ ਜਾਂਦੀ ਆ। ਸਾਡੇ ਵਰਗਿਆਂ ਨੂੰ ਹੋ ਜਾਂਦਾ 2-3 ਦਿਨ ਗੱਲ ਨਾ ਕਰੀਏ, ਸਾਨੂੰ ਲੱਗਦਾ ਯਾਰ ਪਤਾ ਨਹੀਂ ਕੀ ਗੱਲ ਕੀ ਕੋਈ ਚੀਜ਼ ਮਿਸਿੰਗ ਆ। ਤੇ ਲੀਡਰ ਜਿਹਨਾਂ ਕੋਲ ਪਾਵਰ ਹੁੰਦੀ ਉਹਨਾਂ ਦੀ ਤੇ ਸਮੱਸਿਆ ਬਣ ਜਾਂਦੀ, ਕਈ ਵਾਰੀ ਇਹ ਸਾਈਕੋਲੋਜੀਕਲ ਇਸ਼ੂ ਬਣ ਜਾਂਦਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਸਬੂਤ ਦੇ ਨਾਲ ਨਾਲ ਹੋਰ ਸਬੂਤ, ਜਿਹੜੇ ਸਬੂਤ ਕੋਰਟ ਦੇ ਵਿੱਚ ਇਸ ਇਸ਼ੂ ਨੂੰ ਲੌਜੀਕਲ ਐਂਡ ਤੱਕ ਲੈ ਜਾਣ, ਕਿਉਂਕਿ ਇਸ ਤਰੀਕੇ ਨਾਲ ਕੋਰਟ ਦਾ ਵੀ ਕੰਮ ਵਧੂਗਾ, ਉੱਥੇ ਆਪਾਂ ਲੈ ਜਾਵਾਂਗੇ। ਥੋੜਾ ਸਮਾਂ ਪੁਲਿਸ ਦਾ ਮਿਸਯੂਜ਼ ਕਰਕੇ ਤੁਸੀਂ ਇਹ ਕੇਸ ਨੂੰ ਥੋੜਾ ਲਮਕਾਤ ਦਓਗੇ, ਪਰ ਅਲਟੀਮੇਟਲੀ ਜਿਹੜੀ ਕ੍ਰੈਡੀਬਿਲਿਟੀ ਹੁੰਦੀ ਹੈ ਇਹਦੇ ਚੀਫ ਮਿਨਿਸਟਰ ਦੀ, ਕਿਉਂਕਿ ਸਾਰਾ ਪੰਜਾਬ ਉਹਨਾਂ ਨਾਲ ਵੇਖਦਾ ਵਾ, ਉਹਨਾਂ ਦੇ ਮੂੰਹ ਚੋਂ ਨਿਕਲਿਆ ਇੱਕ ਇੱਕ ਜਿਹੜਾ ਅੱਖਰ ਹੁੰਦਾ ਵਾ ਉਹਦੀ ਰਿਸਪੈਕਟ ਹੁੰਦੀ ਆ, ਹੋਣੀ ਚਾਹੀਦੀ ਆ, ਉਹੀ ਉਹਨਾਂ ਦੀ ਕ੍ਰੈਡੀਬਿਲਿਟੀ ਹੁੰਦੀ ਆ। ਤੋਂ ਇਸ ਕਰਕੇ ਮੇਰੀ ਤੇ ਇਹੀ ਬੇਨਤੀ ਵੀ ਹੈਗੀ ਆ ਕਿ ਐਕਸ਼ਨ ਜ਼ਿਆਦਾ ਹੋ ਜਾਣ ਤਾਂ ਬਹੁਤ ਵਧੀਆ ਹੈ। ਮੀਡੀਆ ਤੋਂ ਅਵੋਇਡ, ਕਈ ਇਸ ਕਿਸਮ ਦੇ ਮੁੱਖ ਮੰਤਰੀ ਹੈਗੇ, ਮੈਂ ਐਗਜ਼ਾਮਪਲ ਦੇ ਕੇ ਕਹਿਣਾ ਚਾਹੁੰਦਾ ਵਾਂ, ਤੁਸੀਂ ਕਦੀ ਜਿਹੜੇ ਬਿਜੂ ਜਨਤਾ ਦਲ ਉੜੀਸਾ ਵਾਲੇ ਮੁੱਖ ਮੰਤਰੀ ਆ, ਕਦੀ ਉਹਨਾਂ ਦਾ ਉਹ ਉੜੀਆ ਜਾਂ ਹੋਰ ਉਹਨਾਂ ਦੇ ਦੇਖ ਲਓ, ਕਦੀ ਇਸ ਕਿਸਮ ਦੇ ਝੰਜਟ ਦੇ ਵਿੱਚ ਨਹੀਂ ਪੈਂਦੇ, ਪਰ ਫਿਰ ਵੀ ਉਹ ਪਿਛਲੀਆਂ 5 ਇਲੈਕਸ਼ਨਸ ਲਗਾਤਾਰ ਲੋਕਾਂ ਦੇ ਦਿਲਾਂ 'ਚ ਸਮਾਏ ਆ। ਨੈਸ਼ਨਲ ਇਲੈਕਸ਼ਨ ਜਿਹੜੀ ਆ BJP ਜਿੱਤ ਰਹੀ ਆ, ਪਰ ਸਟੇਟ ਦੇ ਵਿੱਚ ਉਸੇ ਤਰੀਕੇ ਨਾਲ ਬਣੇ ਰਹਿੰਦੇ ਆ। ਇਸ ਪਾਰਟੀ ਨੂੰ ਇਸ ਕਰਕੇ ਲੋਕਾਂ ਨੇ ਤਾਕਤ ਲਿਆਂਦਾ ਸੀ, ਭਾਈ ਦੂਸਰੀਆਂ ਪਾਰਟੀਆਂ ਨੇ ਮੁੱਦੇ ਪੈਦਾ ਕੀਤੇ ਆ ਜਾਂ ਉਹਨਾਂ ਦੀ ਵਜ੍ਹਾ ਕਰਕੇ ਆ ਜਾਂ ਉਹਨਾਂ ਨੇ ਹੱਲ ਨਹੀਂ ਕੀਤੇ, ਤੁਸੀਂ ਕਿਰਪਾ ਕਰਕੇ ਆਪਣਾ ਸਾਰਾ ਫੋਕਸ ਇੱਥੇ ਲਗਾ ਕੇ ਤੇ ਇਹਨਾਂ ਨੂੰ ਰਿਜ਼ੋਲਵ ਕਰੋ। ਸਮੱਸਿਆ ਇਹ ਹੈਗੀ ਆ ਕਿ ਜਿਸ ਕਿਸਮ ਦੀ ਪੋਲੀਟੀਕਲ ਵਿਜ਼ਡਮ ਦੀ ਅਸੀਂ ਐਕਸਪੈਕਟ ਕੀਤਾ ਸੀਗਾ ਜਾਂ ਲੋਕਾਂ ਨੇ ਕੀਤਾ ਸੀਗਾ, ਉਹ ਪਾਰਟ ਮਿਸਿੰਗ ਆ। ਉਹ ਢਾਂਚਾਗਤ ਵੀ ਹੈਗਾ ਵਾ, ਉਹ ਵਿਅਕਤੀਆਂ ਦੇ ਉੱਤੇ ਵੀ ਹੈਗਾ, ਉਹ ਪਾਰਟੀ ਦੇ ਤੌਰ ਤੇ ਵੀ ਹੈਗਾ, ਤੇ ਉਹ ਟ੍ਰੇਨਿੰਗ ਦੇ ਤੌਰ ਤੇ ਵੀ ਹੈਗਾ, ਜਾਂ ਸੀਰੀਅਸਨੈਸ ਦੇ ਤੌਰ ਤੇ ਵੀ ਹੈਗਾ। ਇਹ ਗੱਲ ਤੁਸੀਂ ਕਹਿ ਰਹੇ ਹੋ ਸੇਖੋ ਸਾਹਿਬ, ਕਿਤੇ ਨਾ ਕਿਤੇ ਪਬਲਿਸਿਟੀ ਦਾ ਐਂਗਲ ਹੈ ਜਿਹੜਾ ਸੋਚਿਆ ਜਾ ਸਕਦਾ ਹੈ, ਕੋਈ ਦੋਰਾਵਾ ਨਹੀਂ। ਇੱਕ ਪੈਨਲਿਸਟ ਨੇ ਜਿਹੜਾ ਗੱਲ ਸ਼ਸ਼ੀ ਵੀਰ ਜੀ ਇਹ ਸਵਾਲ ਉਠਾਇਆ, ਇਹ ਵੱਡਾ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਹੋਵੇ, ਦੂਸਰੇ ਪਾਸੇ ਅਨਨੋਨ ਬੰਦਾ ਜਸ਼ਨ ਨਾਮ ਦਾ ਬੰਦਾ ਹੋਵੇ, ਇਹ ਗੱਲ ਚੰਗੀ ਨਹੀਂ ਲੱਗਦੀ। ਇਹ ਗੱਲ ਤੇ ਵਿਚਾਰ ਜਿਹੜੀ ਹੈ ਹੋਣੀ ਚਾਹੀਦੀ ਹੈ ਕਿ ਮੁੱਖ ਮੰਤਰੀ ਕਿਸ ਵਿਸ਼ੇ ਤੇ ਪ੍ਰੈਸ ਕਾਨਫਰੰਸ ਕਰੇ ਜਾਂ ਨਾ ਕਰੇ। ਸ਼ਾਂਪਲਾ ਜੀ ਕੁਝ ਕਹਿਣਾ ਚਾਹੁੰਦੇ ਸੀ, ਹੁਣ ਤੁਸੀਂ ਅਖੀਰ 'ਚ ਆਪਣੀ ਗੱਲ ਕਰ ਸਕਦੇ ਹੋ। ਦੇਖੋ ਜੀ ਵਾਲੀਆ ਸਾਹਿਬ, ਮੇਰੀਆਂ ਉਹੀ ਬੇਸਿਕ ਜੀਆਂ ਗੱਲਾਂ ਦੇਖੋ ਸ਼ੇਖੋ ਸਾਹਿਬ ਨੇ ਵੀ ਦਸੀਆਂ, ਤੁਸੀਂ ਵੀ ਕੀਤੀਆਂ, ਸਾਰਿਆਂ ਨੇ ਕੀਤੀਆਂ, ਠੀਕ ਹੈ। ਜਿਹੜਾ ਵੀ ਬੰਦਾ ਗਲਤ ਹੈ, ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰਦਾ ਜਾਂ ਕਿਸੇ ਨੂੰ ਨਹੀਂ, ਕਿਉਂਕਿ ਚੰਨੀ ਸਾਹਿਬ ਗਲਤ ਹੈ, ਚੰਨੀ ਸਾਹਿਬ ਤੇ ਕਾਰਵਾਈ ਹੋਵੇ, ਕੋਈ ਹੋਰ ਉਹਨਾਂ ਦਾ ਬੰਦਾ ਘਰ ਦਾ ਆ ਜਾਂ ਕੋਈ ਪਾਰਟੀ ਦਾ ਕੋਈ ਵੀ ਬੰਦਾ ਹੋਵੇ ਉੱਤੇ ਕਾਰਵਾਈ ਹੋਵੇ, ਮਗਰ ਕਾਰਵਾਈ ਪਹਿਲਾਂ ਹੋਵੇ, ਪ੍ਰੈਸ ਕਾਨਫਰੰਸ ਬਾਅਦ ਚ ਸਰਕਾਰੀ ਅਫਸਰ ਕਰਨ ਜਾਂ ਕੌਣ। ਮੈਨੂੰ ਨਹੀਂ ਲੱਗਦਾ ਕਿ CM ਦਾ ਜੋ ਸਟੇਟਸ ਆ ਉਹ ਉਹਨੂੰ ਸ਼ੋਭਾ ਦਿੰਦੀਆਂ। ਪਾਰਟੀ ਦਾ ਪ੍ਰਵਕਤਾ ਕਰ ਲੈਂਦਾ ਤੇ ਜ਼ਿਆਦਾ ਬਿਹਤਰ ਰਹਿੰਦਾ, ਥੋੜੀ ਉਹ ਪੋਸਟ ਦੀ ਗਰਿਮਾ ਵੀ ਬਣੀ ਰਹਿੰਦੀ ਮੇਰੇ ਹਿਸਾਬ ਨਾਲ। ਦੂਜੀ ਗੱਲ, ਸ਼ਸ਼ੀ ਵੀਰ ਜੀ ਨੇ ਆਪਰੇਸ਼ਨ ਲੋਟਸ ਨੂੰ ਨਾ ਫਿਰ ਗੋਆ ਲੈ ਗਏ, ਮੈਂ ਉਹਦੀ ਗੱਲ ਹੀ ਨਹੀਂ ਕੀਤੀ ਜੀ। ਮੈਂ ਗੱਲ ਕੀਤੀ ਪੰਜਾਬ ਦੇ MLA ਨੇ ਕਾਨਫਰੰਸ ਕੀਤੀ ਸੀ, 22 ਨੇਮ ਲੈ ਕੇ ਲੀਡਰਾਂ ਦੇ ਨਾਮ ਲੈ ਸੀ ਸਾਡੀ ਪਾਰਟੀ ਦਾ, ਔਰ 25-25 ਕਰੋੜ ਦਾ। ਮੈਂ ਤੇ ਪੰਜਾਬ ਵਾਲੇ ਅੱਜ ਦੀ ਗੱਲ ਕਰਦਾ, ਜਿਹੜੇ ਪੰਜਾਬ, ਤੁਸੀਂ ਇੱਕ ਅਨਨੋਨ ਬੰਦਿਆਂ ਤੇ FIR ਦਰਜ ਕੀਤੀ। ਅਸੀਂ ਤਾਂ ਕਹਿੰਦੇ ਰਹੇ ਜਦ ਤੁਹਾਨੂੰ 22 ਨੇਮ ਪਤਾ, ਤੁਸੀਂ ਅਨਨੋਨ ਤੇ ਕਿਉਂ ਕਰ ਰਹੇ ਹੋ। ਮੈਂ ਤੇ ਸ਼ਸ਼ੀ ਵੀਰ ਜੀ ਹੱਥ ਜੋੜ ਕੇ ਉਹਦੀ ਬੇਨਤੀ ਕਰ ਰਿਹਾ, ਉਹਦੇ ਤੇ ਵੀ ਕਾਰਵਾਈ ਕਰੋ। ਆਪਣੇ MLA ਦੇ ਨਾਲ ਤੁਸੀਂ ਆਪਣੇ ਪਾਰਟੀ ਦੇ ਬੰਦਿਆਂ ਨਾਲ ਅਨਿਆਏ ਕਿਉਂ ਕਰ ਰਹੇ ਹੋ? ਉਹਨਾਂ ਨੂੰ ਨਿਆਂ ਕਿਉਂ ਨਹੀਂ ਦੇ ਰਹੇ? ਉਹਨਾਂ ਨੇ FIR ਕਰਾਈ ਸੀ, ਉਹਨਾਂ ਦੇ ਵਿੱਚ ਬੰਦੇ ਲੱਭੋ ਨਾ, ਕਿਹੜੇ ਸੀ ਆਪਰੇਸ਼ਨ ਲੋਟਸ ਵਾਲੇ BJP ਨੂੰ, ਉਹਨਾਂ ਤੇ ਕਾਰਵਾਈ ਕਰੋ। ਸਾਡੇ ਤੇ ਵੀ ਪ੍ਰੈਸ ਕਾਨਫਰੰਸ ਕਰਕੇ ਗੱਲ ਮੁਕਾ ਲਈਆਂ ਤੁਸੀਂ, ਉਦੋਂ ਮੁੱਦਾ ਇੱਧਰ ਉੱਧਰ ਤੋੜ ਲਿਆ। ਹੁਣ ਕਾਰਵਾਈ
ਚੰਨੀ ਸਾਹਿਬ ਤੇ ਵੀ ਕਰੋ, ਤੇ ਜੇ ਕੋਈ ਆਪਰੇਸ਼ਨ ਲੋਟਸ ਕਰ ਰਿਹਾ ਸੀ ਤੇ ਉਹਦਾ ਵੀ ਜਵਾਬ ਦਿਓ ਕੌਣ ਕਰ ਰਿਹਾ ਸੀ, ਜੇ ਨਹੀਂ ਤੇ ਮੰਨੋ ਕਿ ਹਾਂ ਅਸੀਂ ਉਦੋਂ ਸਿਰਫ ਤੇ ਸਿਰਫ ਇਹ ਮੀਡੀਆ ਦੌਰ ਟ੍ਰਾਇਲ ਕਰਨ ਲਈ ਸਾਂਪਲਾ ਉਦੋਂ ਵੀ ਕੀਤਾ ਤੇ ਹੁਣ ਸਾਂਪਲਾ ਸਾਹਿਬ, ਇਹ ਦੌਰ ਬਿਆਨਬਾਜ਼ੀ ਦਾ ਦੌਰ ਹੈ। ਪੰਜਾਬ ਦੇ ਹਿੱਤਾਂ ਲਈ ਕੌਣ ਖੜਿਆ, ਮੈਂ ਕੱਲ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀ। ਚਾਹੇ BMB ਦਾ ਮਸਲਾ ਹੋਵੇ, ਚਾਹੇ 50 ਕਿਲੋਮੀਟਰ ਦਾ ਜਿਹੜਾ BSF ਦਾ ਮਸਲਾ, ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜੇ ਸੈਂਟਰ ਰੂਲ ਲਾਗੂ ਕਰਨ ਦਾ ਮਸਲਾ, ਤੇ ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਹਟਾਉਣ ਦਾ ਮਸਲਾ, ਇਹ ਸਾਰੇ ਮਸਲਿਆਂ ਤੇ ਬਿਆਨਬਾਜ਼ੀ ਹੁੰਦੀ ਹੈ। ਅੱਜ ਕੱਲ ਬਿਲਕੁਲ ਟਵਿੱਟਰ ਦਾ ਯੁੱਗ ਹੈ। ਟਵੀਟ ਕਰੋ ਤੇ ਤੁਹਾਨੂੰ ਲੱਗਦਾ ਹੈ ਸਭ ਕੁਝ ਠੀਕ ਹੋ ਗਿਆ। ਮਤਲਬ ਮਹਾਰਾਸ਼ਟਰ 'ਚ ਇੱਕ ਨਾਬਾਲਗ ਸਿੱਖ ਮਾਰਿਆ ਗਿਆ, 2 ਬੱਚੇ ਹੋਰ ਮਾਰੇ ਗਏ, ਟਵੀਟ ਕਰ ਦਿਓ ਸਾਨੂੰ ਬੜਾ ਦੁੱਖ ਹੈ, ਇਨਸਾਫ ਮਿਲਣਾ ਚਾਹੀਦਾ ਹੈ, ਅਸੀਂ ਆਪਣਾ ਜਿਹੜਾ ਫਰਜ਼ ਪੂਰਾ ਕਰ ਲਿਆ। ਇਹ ਇਸ ਕਰਕੇ ਇਸ ਪਾਸੇ ਨੂੰ ਵੱਧ ਰਹੇ ਨੇ। ਗਰਾਊਂਡ ਤੇ ਕੰਮ ਕਿੰਨਾ ਕੁ ਹੁੰਦਾ, ਕੀ ਹੁੰਦਾ, ਲੇਕਿਨ ਆਪਾਂ ਅੱਜ ਦੇ ਮੁੱਦੇ ਤੇ ਜੇ ਗੱਲ ਖਤਮ ਕਰਨੀ ਹੋਵੇ, ਮੇਰਾ ਖਿਆਲ ਹੈ ਕਾਫੀ ਹੱਦ ਤੱਕ ਸੇਖੋਂ ਸਾਹਿਬ ਨੇ ਗੱਲ ਨੂੰ ਜਿਹੜਾ ਗੱਲ ਦਾ ਨਿਚੋੜ ਦੇਤਾ। ਚਾਹੀਦਾ ਇਹ ਹੈ, ਜਿਵੇਂ ਪੈਨਲਿਸਟ ਵੀ ਸ਼ਸ਼ੀ ਵੀਰ ਜੀ, ਇਹ ਗੱਲ ਹੋਰ ਚੰਗੀ ਹੁੰਦੀ ਜੇ ਮਾਲਵਿੰਦਰ ਕੰਗ ਇਹੀ ਗੱਲ ਕਰਦੇ। ਦੂਜੀ ਗੱਲ ਇਹ ਵੀ ਹੈ ਕਿ FIR ਲੌਜ ਜੇ ਪਹਿਲਾਂ ਹੋ ਜਾਂਦੀ, ਜੇ ਹੈ ਤੁਹਾਨੂੰ ਜਿਹੜਾ, ਜੇ ਤੁਹਾਨੂੰ ਲੱਗਦਾ ਹੈ, ਜੇ ਮੁੱਖ ਮੰਤਰੀ ਖੁਦ ਆ ਕੇ ਕਹਿ ਰਹੇ ਨੇ ਕਿ ਜੀ ਇਹ ਬੰਦਾ ਗਿਲਟੀ ਹੈ, ਇਹ ਦੋਸ਼ੀ ਹੈ, ਉਹ ਤੇ FIR ਲੌਜ ਕਰਕੇ ਉਹਨੂੰ ਫੜ ਲਿਆ ਜਾਂਦਾ। ਤੇ ਲੇਕਿਨ ਪੋਲੀਟੀਕਲੀ ਫਾਇਦਾ ਇਸ ਤਰ੍ਹਾਂ ਜ਼ਿਆਦਾ ਹੁੰਦਾ ਹੈ, ਇਸ ਕਰਕੇ ਇਹ ਗੱਲ ਹੋਈ ਹੈ। ਹੋ ਸਕਦਾ ਹੈ ਜੋ ਸੇਖੋਂ ਸਾਹਿਬ ਦੀ ਆਬਜ਼ਰਵੇਸ਼ਨ ਹੈ, ਅੱਜ ਜਿਹੜੇ ਹੈ ਕੈਬਨਿਟ ਦਾ ਜਿਹੜੀ ਐਕਸਪੈਂਡ ਹੋਈ ਹੈ, 2 ਮੰਤਰੀ ਨਵੇਂ ਆਏ ਨੇ, ਹੋ ਸਕਦਾ ਉਹਨਾਂ 'ਚ ਵੀ ਕਈ ਕਿਸਮ ਦੇ ਸਵਾਲ ਉੱਠਣੇ ਸੀ, ਕੁਝ ਵੀ ਹੋ ਸਕਦਾ। ਲੇਕਿਨ ਅਸੀਂ ਕੁਝ ਪੱਖ ਪਿਆਰੇ ਦਰਸ਼ਕੋ ਤੁਹਾਡੇ ਸਾਹਮਣੇ ਰੱਖੇ ਨੇ, ਤੁਸੀਂ ਵੀ ਤਾਂ ਆਪਦਾ ਨਿਰਣਾ ਕਰ ਲਿਆ। ਤੁਸੀਂ ਦੇਖੋ ਕੀ ਠੀਕ ਤੇ ਕੀ ਚੰਗਾ ਲੱਗਦਾ। ਅਲਟੀਮੇਟਲੀ ਕਦੇ ਵੀ ਫੈਸਲਾ ਆਉਣਾ ਤਾਂ ਤੁਹਾਡੀ ਕਚਹਿਰੀ ਨੇ ਕਰਨਾ ਹੈ। ਚੰਗੇ ਬੰਦੇ ਲਿਆਓਗੇ, ਚੰਗੇ ਫੈਸਲੇ ਹੋਣਗੇ, ਬਾਕੀ ਤੁਸੀਂ ਦੇਖਣਾ ਇਹ। तो मैं तो हम धन्यवाद करना है सेखों साहब और सब्बरवाल जी, सांपला साहब और शशिवीर शर्मा जी, ਤੁਹਾਡਾ ਸਭ ਦਾ बहुत बहुत धन्यवाद। कल सवेरे 8:40 खबर ते नजर रजिंद्र वाली शो, कल शाम ਨੂੰ चर्चा प्रोग्राम फिर मिलते हैं। बहुत बहुत शुक्रिया। चर्चा।